ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ, ਬੰਦਨ ਪਦ ਪੰਕਜ, ਬੰਦਨ ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾ, ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ, ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਾਰ ਪੰਕਤੀਆਂ ਪੜ੍ਹ। ਪੈੜੇ ਉਪਜਿਓ ਕੁਛ ਅਹੰਕਾਰਾ, ਗੁਰ ਕਿਰਪਾ ਬੜ ਕਾਰਜ ਸਾਰਾ। ਆਨ ਸੁਦਾਸਰ ਡੇਰਾ ਠਾਨਾ, ਪੈੜਾ ਆਪਣੇ ਧਾਮ ਸਿਧਾਨਾ। ਪੈੜੇ ਉਪਜਿਓ ਕੁਛ ਅਹੰਕਾਰਾ, ਗੁਰ ਕਿਰਪਾ ਬੜ ਕਾਰਜ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ, ਭਗਤ ਵਛਲ, ਦਇਆ ਨਿਧ, ਕਿਰਪਾ ਦੀ ਖਜ਼ਾਨੇ। ਵਾਲੀਏ ਕਾਇਨਾਤ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ,
ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗਰੀਬ ਨਵਾਜ ਦੇ ਦਰਸ਼ਨ ਕਰਨ ਦਾ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਆਪ ਜੀ ਨਿਤਾ ਪ੍ਰਤੀ ਮਾਣਦੇ ਹੋ। ਗਰੀਬ ਨਵਾਜ ਦੀ ਬੜੀ ਦਇਆ ਮਇਆ ਮਿਹਰਾਮਤ ਸਦਕਾ ਸਤਿਗੁਰੂ ਤਰੁੱਟ ਕਰਕੇ ਮਿਹਰਾਮਤ ਦਾ ਬੱਦਲ ਬਣ ਵਰਦੇ ਹੋਏ ਸੱਚੇ ਪਾਤਸ਼ਾਹ ਜੀ ਆਪ ਪਾਵਨ ਪਵਿੱਤਰ ਆਪ ਦੇ ਇਤਿਹਾਸ ਦੀ ਕਥਾ ਕਰਵਾ ਰਹੇ ਹਨ। ਪਿਛਲੇ ਲੰਬੇਰੇ ਸਮੇਂ ਤੋਂ ਆਪਾਂ ਨਿਤਾ ਪ੍ਰਤੀ ਸੱਚੇ ਪਾਤਸ਼ਾਹ ਦੇ ਘਰ ਦਾ ਉਜਲ ਪਵਿੱਤਰ ਜਸ ਸੁਣਦਿਆਂ ਹੋਇਆਂ ਆਪਣੇ ਸਮੇਂ ਨੂੰ ਆਪਣੀ ਮਨੁੱਖਾ ਜਾਮੇ ਨੂੰ ਸਫਲਿਆਂ ਬਣਾ ਰਹੇ ਹਾਂ। ਜਥਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੋ ਬਚਨ ਇੱਕ ਬਚਨ ਨਾਲ ਸਿੱਧ ਕੀਤੇ ਕਿ ਜਿਵੇਂ ਪੈੜੇ ਮੋਖੇ ਸਿੱਖ ਨੂੰ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ ਸੰਗਲਾ ਦੀਪ ਭੇਜਣਾ, ਜਿਹਦੇ ਨਾਲ ਇੱਕ ਤਾਂ ਸੰਗਲਾ ਦੀਪ ਉਸ ਟਾਪੂ ਦੇਸ਼ ਤੋਂ ਸੰਗਲੀ ਪੁਰਾਣ ਨਾਮੇ ਪੁਸਤਕ ਆ ਰਹੀ ਹੈ, ਤੇ ਦੂਸਰਾ ਮਹਾਰਾਜ ਜੀਆਂ ਨੇ ਉਹ ਪਾਂਡੇ ਬ੍ਰਾਹਮਣ ਨੂੰ ਵਿਖਾ ਦਿੱਤਾ ਹੈ ਵੀ ਅਨੇਨ ਸੇਵਕ ਭਾਈ ਪੈੜਾ ਜੀ ਵਰਗੇ ਹੁੰਦੇ ਹਨ। ਮਹਾਰਾਜ ਦੇ ਚਰਨੀ ਮੱਥਾ ਟੇਕਦੇ ਹੋਏ ਭਾਈ ਪੈੜਾ ਜੀ ਸੰਗਲਾ ਦੀਪ ਨੂੰ ਤੁਰੇ। ਕੁਝ ਸਮੇਂ ਦਿਨਾਂ ਵਿੱਚ ਸੰਗਲਾ ਦੀਪ ਪਹੁੰਚੇ। ਪਹੁੰਚ ਕਰਕੇ ਪਤਾ ਕੀਤਾ ਵੀ ਹੁਣ ਰਾਜ ਸਿੰਘਾਸਨ ਕਿਸ ਕੋਲ ਹੈ। ਉੱਥੋਂ ਦੇ ਵਸਨੀਕ ਲੋਕ ਦੱਸਦੇ ਆ ਵੀ ਉਹ ਸਿੰਘਾਸਨ ਜਿਹੜਾ ਰਾਜੇ ਦਾ ਹੁਣ ਉਹਦੇ ਪੋਤਰੇ ਮਇਆ ਮੇਦਨੀ ਦੇ ਪਾਸ ਹੈ। ਭਾਈ ਪੈੜਾ ਜੀ ਇਸ ਰਾਜੇ ਦੇ ਦਰਬਾਰ ਦੇ ਅੱਗੇ ਜਾ ਕਰਕੇ ਜਦੋਂ ਰੋਕਿਆ ਪੌਰਦਾਰਾਂ ਨੇ ਪਹਿਰੇਦਾਰਾਂ ਨੇ, ਤੇ ਇਹ ਆਖ ਸੁਣਾਇਆ ਵੀ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਭੇਜਿਆ ਹੈ, ਔਰ ਜਾਣ ਲਓ ਵੀ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਿੱਖ ਹਾਂ। ਜਾ ਕੇ ਸੁਨੇਹਾ ਲਾਓ ਰਾਜੇ ਨੂੰ, ਜ਼ਰੂਰੀ ਕਾਰਜ ਵਾਸਤੇ ਮਹਾਰਾਜ ਦਾ ਹੁਕਮਨਾਮਾ ਲੈ ਕੇ ਆਇਆ ਹਾਂ। ਜਦੋਂ ਦੱਸਿਆ ਰਾਜੇ ਨੂੰ ਚਾਅ ਚੜ੍ਹ ਗਏ, ਕਿਉਂਕਿ ਬੜੇ ਸਮੇਂ ਤੋਂ ਇਹਨਾਂ ਦਾ ਖਾਨਦਾਨ ਉਡੀਕਦਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚਨ ਕਦੋਂ ਪੂਰਾ ਹੋਵੇਗਾ। ਮਹਾਰਾਜ ਸਤਿਗੁਰੂ ਗਰੀਬ ਨਵਾਜ ਮਹਾਰਾਜ ਦਾ ਸਿੱਖ ਜਾਣ ਕਰਕੇ ਇਸ ਰਾਜੇ ਦੇ ਪਰਿਵਾਰ ਨੇ ਬਹੁਤ ਅਦਬ ਸਤਿਕਾਰ ਕੀਤਾ, ਔਰ ਇਹਦੇ ਚਰਨ ਪਰਸੇ ਗੁਰੂ ਵਾਂਗੂ ਪੂਜਿਆ। ਸਾਰੇ ਸ਼ਹਿਰ ਨੇ ਖੁਸ਼ੀਆਂ ਮਨਾਈਆਂ, ਦੀਪਮਾਲਾ ਕਰਦੇ ਹੈ, ਫੁੱਲਾਂ ਦੀ ਵਰਖਾ ਹੁੰਦੀ ਹੈ, ਸੁਗੰਧੀਆਂ ਛਿੜਕੀਆਂ ਜਾਂਦੀਆਂ, ਅਤੇ ਉਸ ਹੁਕਮਨਾਮੇ ਨੂੰ ਗੁਰੂ ਕੀ ਬਾਣੀ ਜਾਣ ਕੇ ਬੜਾ ਸਤਿਕਾਰ ਕਰਦਾ ਰਾਜੇ ਦਾ ਪਰਿਵਾਰ, ਮੱਥੇ ਟੇਕਦਾ ਹੈ, ਸਾਰਾ ਸ਼ਹਿਰ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਫਿਰ ਉਹ ਹੁਕਮਨਾਮੇ ਦੇ ਵਿੱਚ ਜਦੋਂ ਪੜ੍ਹਿਆ ਲਿਖਿਆ ਕੀ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਭੇਜਿਆ ਕਿ ਅਸੀਂ ਇਹ ਆਪਦਾ ਸਿੱਖ ਤੁਹਾਡੇ ਪਾਸ ਭੇਜ ਰਹੇ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੁਹਾਡੇ ਦਾਦੇ ਸ਼ਿਵਨਾਬ ਨੂੰ ਇੱਕ ਗ੍ਰੰਥ ਲਿਖ ਕੇ ਦਿੱਤਾ ਸੀ ਪੁਰਾਣ ਸੰਗਲੀ, ਉਹ ਗ੍ਰੰਥ ਸਾਨੂੰ ਇਹ ਸਿੱਖ ਦੇ ਹੱਥ ਵਾਪਸ ਭੇਜੋ, ਸਾਡੀ ਖੁਸ਼ੀ ਹੋਵੇਗੀ। ਇਸ ਤਰ੍ਹਾਂ ਸੁਣ ਕੇ ਪੜ੍ਹ ਕੇ ਉਹ ਮਹਾਰਾਜ ਦਾ ਹੁਕਮ ਤੇ ਉਹ ਗ੍ਰੰਥ
ਪੈੜੇ ਮੋਖੇ ਨੂੰ ਦਿੱਤਾ, ਨਾਲ ਕੁਝ ਦਿਨ ਰੱਖਿਆ ਅਤੇ ਬੜੀਆਂ ਤਰ੍ਹਾਂ ਦੀਆਂ ਭੇਟਾਵਾਂ, ਹੀਰੇ ਜਵਾਹਰਾਤ, ਇਸ ਤਰ੍ਹਾਂ ਬੜਾ ਇਹਨੂੰ ਭੇਟਾਵਾਂ ਦੇ ਕੇ ਨਵਾਜਿਆ ਰਾਜੇ ਦੇ ਘਰ ਨੇ। ਰਾਜੇ ਨੇ ਉੱਥੋਂ ਤੁਰਿਆ, ਰਸਤੇ ਵਿੱਚ ਜਿੱਥੇ ਗੰਗਾ ਨਦੀ ਪੈਂਦੀ ਹੈ, ਉੱਥੇ ਇੱਕ ਸਾਧੂ ਵੇਖ ਕੇ ਹੈਰਾਨ ਹੁੰਦਾ ਵੀ ਇੱਕ ਪੁਰਖ ਦੇ ਸੀਸ 'ਤੇ ਇੱਕ ਪੁਸਤਕ ਰੱਖੀ ਹੈ, ਸਿਰ ਦੇ ਨਾਲ ਲੱਗਦੀ ਨਹੀਂ, ਅਤੇ ਇੱਛਾ ਰੱਖ ਕੇ ਮਗਰ ਪੈੜ ਨੱਪਦਾ ਤੁਰਿਆ ਆ ਵੀ ਜਿੱਥੇ ਜਾ ਕੇ ਰਾਤ ਕੱਟੇਗਾ ਉੱਥੇ ਪੁਸਤਕ ਦੇ ਦਰਸ਼ਨ ਮੈਂ ਕਰਾਂਗਾ। ਜਿੱਥੇ ਭਾਈ ਪੈੜਾ ਜੀ ਟਿਕੇ, ਸਾਧੂ ਨੇ ਬੇਨਤੀ ਕੀਤੀ ਵੀ ਸਿੱਖਾ ਮੈਨੂੰ ਇਹ ਦਰਸ਼ਨ ਕਰਵਾ, ਕੌਣ ਹੈ ਤੂੰ, ਕਿੱਥੋਂ ਆਇਆ ਹੈ? ਉਸ ਦੱਸਿਆ ਭਾਈ ਪੈੜਾ ਜੀ ਨੇ ਵੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦਾ ਸਿੱਖ ਹਾਂ, ਆ ਗ੍ਰੰਥ ਲੈਣ ਵਾਸਤੇ, ਪੁਸਤਕ ਲੈਣ ਵਾਸਤੇ ਗਿਆ ਸੀ, ਉਹ ਲੈ ਕੇ ਮੁੜਿਆ ਸਿੰਗਲਾ ਦੀਪ ਤੋਂ। ਅਤੇ ਉਹ ਕਹਿੰਦਾ ਮੈਨੂੰ ਦਰਸ਼ਨ ਕਰਵਾਓ। ਕਹਿੰਦਾ ਇਹ ਗੁਸਤਾਖੀ ਮਾਫ, ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਇਹਦੇ ਦਰਸ਼ਨ ਕਿਸੇ ਨੂੰ ਨਹੀਂ ਕਰਾਉਣੇ, ਇੱਥੇ ਵਾਪਸ ਲੈ ਕੇ ਆਉਣਾ, ਨਾ ਤੁਸੀਂ ਵੇਖਣਾ। ਸਾਧੂ ਨੇ ਵਿਚਾਰ ਕੀਤੀ ਵੀ ਚਲੋ ਦਰਸ਼ਨ ਹੀ ਕਰਨੇ ਆ, ਨਾਲੇ ਫਿਰ ਐਸੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲਵਾਂਗੇ ਜਿਨ੍ਹਾਂ ਦੇ ਲਿਖੇ ਗ੍ਰੰਥ ਐਡੇ ਮੁਕੱਦਸ ਹੈ ਵੀ ਸੀਸ ਨਾਲ ਹੀ ਨਹੀਂ ਲੱਗਦੇ, ਉੱਚੇ ਤੁਰੇ ਆਉਂਦੇ ਆ ਸਿਰ ਤੋਂ। ਇਹ ਵਿਚਾਰ ਜੀ ਕਰਕੇ ਮਨ ਵਿੱਚ ਸਾਧੂ ਨਾਲ ਹੀ ਆਇਆ, ਅਤੇ ਭਾਈ ਪੈੜਾ ਮੋਖਾ ਜੀ ਅਤੇ ਸਾਧੂ ਸਮੇਤ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਇਹ ਆਪਾਂ ਪ੍ਰਸੰਗ ਕੱਲ੍ਹ ਵੀ ਚਾਰਿਆ ਹੈ। ਅੱਗੇ ਸਾਧ ਸੰਗਤ ਜੀ, ਸੂਖਮ ਮਾਤਰ ਹੰਕਾਰ ਵੀ ਮੇਰੇ ਵਰਗਾ ਸਿੱਖ ਕੌਣ ਹੈ, ਮਹਾਰਾਜ ਦਾ ਭਾਈ ਪੈੜਾ ਜੀ ਦੇ ਮਨ ਵਿੱਚ ਆਇਆ ਸੀ। ਅਤੇ ਫਿਰ ਮਹਾਰਾਜ ਨੇ ਕੱਚੀ ਬਾਣੀ ਜਾਣ ਕੇ, ਜਾਂ ਕੋਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਯਥਾ ਯੋਗ ਉਪਦੇਸ਼ ਦਿੱਤਾ ਸੀ ਰਾਜੇ ਸ਼ਿਵਨਾਭ ਤਾਈਂ। ਕਵੀ ਦੀਆਂ ਦੇ ਅਨੁਸਾਰ ਕਹਿੰਦੇ ਇਸ ਗ੍ਰੰਥ ਦੇ ਵਿੱਚ ਕੋਈ ਯੋਗ ਦੇ ਸਾਧਨ ਦੱਸੇ ਸਨ, ਅਤੇ ਮਹਾਰਾਜ ਨੇ ਪੁਸਤਕ ਫਿਰ ਅਲੋਪ ਕਰ ਦਿੱਤੀ ਸੀ ਪ੍ਰਾਣ ਸੰਗਲੀ। ਫਿਰ ਬਾਅਦ ਵਿੱਚ ਸਾਧੂ ਦੇ ਬੇਨਤੀ ਕਰਨ 'ਤੇ ਇਹਨੂੰ ਇਹ ਗ੍ਰੰਥ ਬਖਸ਼ਿਆ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ, ਪੈੜੇ ਉਪਜਿਓ ਕੁਛ ਅਹੰਕਾਰਾ। ਤਾਂ ਜਦੋਂ ਭਾਈ ਪੈੜਾ ਜੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਅਤੇ ਸੁਭਾਅ ਆ ਜਦੋਂ ਕੋਈ ਪੂਜਾ ਪ੍ਰਤਿਸ਼ਠਾ ਸਿੱਖ ਦੀ ਕੋਈ ਗੁਰੂ ਜਾਣ ਕੇ ਕਰੇ ਅਤੇ ਭੁਲੇਖਾ ਪੈ ਹੀ ਜਾਂਦਾ ਵੀ ਸ਼ਾਇਦ ਇਹ ਮੇਰੀ ਮਹਿਮਾ ਹੋ ਰਹੀ, ਭੁੱਲ ਜਾਈਦਾ ਵੀ ਇਹ ਗੁਰੂ ਦਾ ਵਡਿਆਈ ਜਸ, ਜਿਸ ਕਰਕੇ ਸਾਨੂੰ ਸਤਿਕਾਰ ਮਿਲ ਰਿਹਾ ਹੈ। ਅਤੇ ਉਹ ਭੁੱਲਣ ਅੰਦਰ ਹੋਣ ਕਰਕੇ ਭਾਈ ਪੈੜਾ ਜੀ ਦੇ ਮਨ ਵਿੱਚ ਵੀ ਸੂਖਸ਼ਮ ਜਿਹਾ ਹੰਕਾਰ ਆ ਗਿਆ ਹੈ ਵੀ ਮੇਰੇ ਵਰਗਾ ਮਹਾਰਾਜ ਦਾ ਸਿੱਖ ਕਿਹੜਾ ਹੋ ਸਕਦਾ ਹੈ। ਗੁਰ ਕਿਰਪਾ ਬੜ ਕਾਰਜ ਸਾਰਾ, ਵੀ ਗੁਰੂ ਦੀ ਕਿਰਪਾ ਨਾਲ ਮੈਂ ਮਹਾਰਾਜ ਦਾ ਵੱਡਾ ਕਾਰਜ ਅੱਜ ਸਵਾਰ ਕੇ ਦਿੱਤਾ ਹੈ। ਆਨਸ ਦਾਸਰ ਡੇਰਾ ਠਾਨਾ, ਤੇ ਅੰਮ੍ਰਿਤਸਰ ਸਾਹਿਬ ਇਹਨੇ ਡੇਰਾ ਕੀਤਾ। ਉੱਥੋਂ ਸਿੰਗਲਾ ਦੀਪ ਤੋਂ ਮੁੜ ਆਇਆ, ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਵੜ ਗਿਆ ਹੈ। ਪੈੜਾ ਆਪਣੇ ਧਾਮ ਸਿਧਾਨਾ, ਤੇ ਜਾਣਾ ਤੈਨੂੰ ਚਾਹੀਦਾ ਸੀ ਆਉਂਦਿਆ ਸਾਰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ, ਪਰ ਜਦੋਂ ਹੰਕਾਰ ਆ ਜਾਂਦਾ ਆਪਦੇ ਆਪ ਨੂੰ ਵੱਡਾ ਜਣਾਇਆ ਵੀ, ਤੇ ਫਿਰ ਮਹਾਰਾਜ ਤੋਂ ਪਰਦਾ ਰੱਖ ਕੇ ਰਾਤ ਨੂੰ ਸਿੱਧਾ ਆਪਣੇ ਘਰ ਵਿੱਚ ਜਾ ਸੁੱਤਾ ਜਾਂ ਜਾ ਵੜਿਆ ਹੈ। ਪੋਥੀ ਖੋਲ ਪਠੀ ਤਿਨ ਸਾਰੀ, ਤੇ ਰਾਤ ਸਾਰੀ ਪੋਥੀ ਮਹਾਰਾਜ ਨੇ ਆਖਿਆ ਸੀ ਨਾ ਵੀ ਪੜ੍ਹੀ ਨਾ, ਸਾਡੇ ਪਾਸ ਹੀ ਲੈ ਕੇ ਆਉਣੀ, ਖੋਲ ਕੇ ਨਹੀਂ ਵੇਖਣਾ ਕੁਝ, ਤੇ ਸਾਰੀ ਦੀ ਸਾਰੀ ਪੋਥੀ ਪੜ੍ਹ ਲਈ ਹੈ। ਕਲਾ ਜੋਗ ਕੀ ਸ਼ਕਲ ਉਚਾਰੀ, ਜਿਸ ਪੋਥੀ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਰਾਜੇ ਸ਼ਿਵਨਾਭ ਨੂੰ ਜੋਗ ਦੀ ਬੜੀ ਕਲਾ ਸਾਰੀ ਦੀ ਸਾਰੀ ਉਚਾਰ ਕੇ ਤੇ ਲਿਖਵਾਈ ਹੋਈ ਸੀ। ਦੁਰਲਭ ਬਾਤ ਅਦਭੁਤ ਗਤ ਦੇਖ, ਤੇ ਦੁਰਲਭ ਜਿਹੜੇ ਬਚਨ ਵੇਖੇ ਵੀ ਇਹੋ ਜਿਹੀ ਪੁਸਤਕ, ਇਹੋ ਜਿਹਾ ਗ੍ਰੰਥ ਅੱਜ ਤੱਕ ਨਹੀਂ ਸੀ ਪੈੜੇ ਮੋਖੇ ਨੇ ਵੇਖਿਆ।
ਤੇ ਇਸ ਗ੍ਰੰਥ ਦੇ ਜਿਹੜੇ ਵਿੱਚ ਦੋਹਰੇ ਜਾਂ ਜੋ ਵੀ ਲਿਖਤ ਸੀਗੀ ਗੁਰੂ ਨਾਨਕ ਪਾਤਸ਼ਾਹ ਦੁਆਰਾ ਲਿਖਾਈ, ਉਹ ਅਚਰਜ ਸੀਗੀ, ਸਾਰਿਆਂ ਤੋਂ ਵੱਖਰੀ ਵੇਖੀ। ਸਾਧੇ ਜਿਸ ਅਜਮਤ ਸਭ ਸ਼ੇਖ, ਜਿਸ ਉਸ ਮੰਤਰਾਂ ਨੂੰ ਜਾਂ ਜਿਹੜੇ ਵੀ ਉਹਦੇ ਵਿੱਚ ਅਧਿਆਏ ਸਨ, ਉਹਨਾਂ ਨੂੰ ਸਾਧਣ ਦੇ ਨਾਲ, ਸਿੱਧ ਕਰਨ ਦੇ ਨਾਲ ਬੜੀ ਅਜਮਤ ਪੈਦਾ ਹੋ ਜਾਂਦੀ ਸੀ, ਸ਼ਕਤੀ ਆ ਜਾਂਦੀ ਸੀ। ਪ੍ਰਭ ਮਾਇਆ ਤਿਹ ਚਿਤ ਪਰਮਾਇਸ, ਤੇ ਪਰਮੇਸ਼ਰ ਗੁਰੂ ਮਹਾਰਾਜ ਦੀ ਮਾਇਆ ਹੈ, ਉਹਨੇ ਇਹੋ ਜਿਹਾ ਇਹਦੇ ਵਿੱਚ ਹੰਕਾਰ ਪੈਦਾ ਕੀਤਾ। ਭਾਈ ਪੈੜਾ ਮੋਖਾ ਦੇ ਹੈ ਸੇਖੋਂ ਵੱਡਾ ਸੀ ਮਹਾਰਾਜ ਦਾ, ਪਰ ਹੰਕਾਰ ਆ ਗਿਆ, ਮਾਇਆ ਨੇ ਮਨ ਪ੍ਰੇਰਿਆ ਤੇ ਇਹ ਉਲਟ ਗਿਆ ਆਪਣੇ ਬਚਨਾਂ ਤੋਂ, ਨਾ ਮਹਾਰਾਜ ਦੇ ਪਾਸ ਗਿਆ ਤੇ ਪੁਸਤਕ ਖੋਲ ਕੇ ਸਾਰੀ ਪੜ੍ਹਨ ਲੱਗਿਆ। ਕੁਛ ਪ੍ਰਸੰਗ ਨਿਜ ਸਦਨ ਦੁਰਾਇਸ, ਤੇ ਉਹਦੇ ਪੁਸਤਕ ਚੋਂ ਕੁਝ ਵਰਕੇ ਪਾੜ ਕੇ ਨਾ ਸਾਧ ਸੰਗਤ ਜੀ ਪੈੜੇ ਮੋਖੇ ਨੇ ਆਪਣੇ ਘਰ ਵਿੱਚ ਛੁਪਾ ਦਿੱਤੇ ਵੀ ਮਹਾਰਾਜ ਨੂੰ ਨਾ ਦੱਸਾਂਗਾ, ਤੇ ਜਿਹੜੇ ਆ ਪ੍ਰਸੰਗ ਸੌਖੇ ਸਮਝ ਆ ਗਏ ਤੇ ਇਹ ਸਿੱਧ ਕਰਕੇ ਕੁਝ ਸ਼ਕਤੀ ਹਾਸਲ ਕਰ ਲਵਾਂਗਾ। ਵਰਕੇ ਪਾੜ ਕੇ ਗ੍ਰੰਥ ਦੇ ਆਪਣੇ ਘਰ ਵਿੱਚ ਲੁਕਾ ਦਿੱਤੇ। ਗੁਰ ਪਦ ਆਨ ਬੰਦਨਾ ਕੀਨ, ਤੇ ਚਲਾਕੀ ਕਰਦਾ ਹੋਇਆ ਭਾਈ ਪੈੜਾ ਮਹਾਰਾਜ ਦੇ ਪਾਸ ਪਹੁੰਚਿਆ ਤੇ ਚਰਨਾਂ ਤੇ ਮੱਥਾ ਟੇਕਿਆ। ਪੋਥੀ ਭੇਟਾ ਪਾਤੀ ਧੀਨ, ਤੇ ਨਾਲੇ ਪੱਤਰੀ ਦੀਨ, ਧੀਨ ਨਹੀਂ ਦੀਨ, ਪੱਤਰੀ ਕਹੀ ਉਹ ਜਿਹੜਾ ਰਾਜੇ ਦੇ ਪੋਤਰੇ ਦਾ ਮਾਇਆ ਮੇਦਨੀ ਦਾ ਬੇਨਤੀ ਆਈ ਸੀ ਨਾ ਵੀ ਮਹਾਰਾਜ ਸਾਡੇ ਤਖਤ ਤੇ ਜਿਹੜਾ ਵੀ ਬੈਠੇ ਮਹਾਰਾਜ ਤੁਹਾਡੇ ਚਰਨਾਂ ਦਾ ਸਿੱਖ ਬਣ ਕੇ ਰਵੇ, ਅਰਦਾਸ ਸਾਡੀ ਪ੍ਰਵਾਨ ਕਰੋ। ਉਹ ਨਾਲੇ ਤਾਂ ਰਾਜੇ ਦੀ ਪੱਤਰੀ ਬਿਣੇ ਪੱਤਰ ਮਹਾਰਾਜ ਨੂੰ ਫੜਾਇਆ ਤੇ ਨਾਲੇ ਇਹ ਪ੍ਰਾਣ ਸੰਗਲੀ ਗ੍ਰੰਥ ਭੇਂਟ ਕਰ ਦਿੱਤਾ ਜਾਂ ਮਹਾਰਾਜ ਦੇ ਚਰਨੀ ਰੱਖ ਦਿੱਤਾ। ਅੰਤਰ ਜਾਮੀ ਗੁਰੂ ਪ੍ਰਬੀਨ, ਤੇ ਗੁਰੂ ਅਰਜਨ ਦੇਵ ਮਹਾਰਾਜ ਤਾਂ ਸਭ ਤੋਂ ਸਿਆਣੇ, ਇਹਨਾਂ ਦੇ ਸਾਹਮਣੇ ਕੌਣ ਸਿਆਣਾ ਬਣੇ, ਚੁਸਤ ਬਣੇ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਆ। ਤਿਨਹ ਕਰੀ ਜੋ ਸਭ ਲਖ ਲੀਨ, ਜਿਹੜੀ ਭਾਈ ਪੈੜੇ ਮੁਖੇ ਨੇ ਕੀਤਾ ਜੋ ਕੁਝ ਵੀ ਘਰੇ ਰਾਤ ਕੱਟੀ, ਨਾਲੇ ਤਾਂ ਤੇ ਨਾਲੇ ਗ੍ਰੰਥ ਦੇ ਵਰਕੇ ਪਾੜ ਕੇ ਦੱਬ ਲਏ, ਘਰ ਵਿੱਚ ਰੱਖ ਲਏ। ਮਹਾਰਾਜ ਸ਼ਕਲ ਵੇਖਦਿਆਂ ਸਾਰੀ ਸਭ ਜਾਣ ਗਏ ਆ। ਖੋਲ ਬਿਲੋਕੀ ਪਠ ਕਰ ਸੋਈ, ਮਹਾਰਾਜ ਜਾਣ ਗਏ ਵੀ ਇਹਨੇ ਖੋਲ ਕੇ ਵੇਖੀ ਹੈ ਪੁਸਤਕ ਤੇ ਸਾਰੀ ਪੜ੍ਹ ਕੇ ਆਇਆ ਹੈ। ਅਨੇਕ ਵਿਧਨ ਸਿੱਧ ਦਾਇਕ ਜੋਈ, ਜਿਹੜੀ ਪੋਥੀ ਅਨੇਕਾਂ ਤਰ੍ਹਾਂ ਦੇ ਨਾਲ ਸਿੱਧ ਦੇਣ ਵਾਲੀ, ਸਿੱਧੀਆਂ ਦੇਣ ਵਾਲੀ ਹੈ, ਰਿੱਧੀਆਂ ਸਿੱਧੀਆਂ ਜਾਂ ਸ਼ਕਤੀਆਂ ਦੇਣ ਵਾਲੀ। ਆਦ ਅੰਤ ਲੋ ਪਠ ਕਰ ਸਾਰੀ, ਵੀ ਇਹਨੇ ਉਹ ਸਾਰੀ ਦੀ ਸਾਰੀ ਪੋਥੀ ਸ਼ੁਰੂ ਤੋਂ ਲੈ ਕੇ ਤੇ ਪੜ੍ਹੀ ਹੋਈ ਹੈ। ਗਰੀਬ ਨਵਾਜ ਜਾਣ ਤਾਂ ਗਏ, ਫਿਰ ਮਹਾਰਾਜ ਨੇ ਲੈ ਕੇ ਪੈੜੇ ਤੋਂ ਇਹ ਪੋਥੀ ਤੇ ਗਰੀਬ ਨਵਾਜ ਨੇ ਸਾਰੀ ਪੋਥੀ ਆਪ ਪੜ੍ਹ ਲਈ ਹੈ। ਜਿਸ ਤੇ ਅਜਮਤ ਲਹਿ ਕਰ ਭਾਰੀ, ਜਿਸ ਪੋਥੀ ਪੜ੍ਹਦਿਆਂ ਸਾਰ ਮਹਾਰਾਜ ਨੇ ਤਾਂ ਜਾਣ ਹੀ ਲਿਆ ਵੀ ਇਹ ਪੋਥੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਐਸੀ ਰਚਾਈ ਬਣਵਾਈ ਹੈ, ਸਿੱਧੀਆਂ ਪ੍ਰਾਪਤ ਕਰਨ ਵਾਲੀ ਵੀ ਬੜੀਆਂ ਅਜਮਤਾਂ ਪ੍ਰਾਪਤ ਹੋ ਜਾਣਗੀਆਂ ਜਿਹੜਾ ਵੀ ਇਹ ਪੋਥੀ ਪੜ੍ਹਿਆ ਕਰੇਗਾ। ਸ਼੍ਰੀ ਅਰਜਨ ਤਬ ਹਿਰਦੈ ਵਿਚਾਰੀ, ਪਰ ਸੱਚੇ ਪਾਤਸ਼ਾਹ ਦੀਆਂ ਹਿਰਦੇ ਵਿੱਚ ਇਹ ਵਿਚਾਰ ਕੀਤੀ ਹੈ ਜੀਵ ਮੰਦ ਮਤ ਹੋਏ ਕਲ ਭਾਰੀ, ਕਿ ਕਲਯੁਗ ਦੇ ਜਿਹੜੇ ਲੋਕ ਜੀਵ ਹੋਣਗੇ ਇਹ ਬੜੀ ਮਾੜੀ ਮੰਦੀ ਮਤ ਵਾਲੇ ਆ, ਵੀ ਇਹ ਮੰਤਰਾਂ ਤੰਤਰਾਂ ਨੂੰ ਗਲਤ ਪਾਸੇ ਵਰਤਿਆ ਕਰਨਗੇ। ਉਹ ਤਾਂ ਮਹਾਰਾਜ ਨੇ ਰਿੱਧੀਆਂ ਸਿੱਧੀਆਂ ਬਖਸ਼ੀਆਂ, ਪਰ ਜਿਹੜੇ ਇਹ ਕਲਯੁਗ ਦੇ ਲੋਕ ਹੈ ਉਹ ਮਾਦਾ ਥੋੜ੍ਹਾ, ਉਹਨਾਂ ਦਾ ਪੀੜਾ ਭਾਂਡਾ ਛੇਤੀ ਉਬਲ ਜਾਂਦਾ ਹੈ ਨਾ, ਪਰਮੇਸ਼ਰ ਵੱਲੋਂ ਤਾਂ ਭੁੱਲ ਜਾਣਾ ਹੈ ਤੇ ਸ਼ਕਤੀਆਂ ਤੇ ਰਿੱਧੀਆਂ ਸਿੱਧੀਆਂ ਵਿੱਚ ਜੋਗੀਆਂ ਵਾਂਗੂ ਪਏ ਰਿਹਾ ਕਰਨਗੇ। ਇਹ ਮਹਾਰਾਜ ਨੇ ਹਿਰਦੇ ਵਿੱਚ ਵਿਚਾਰਿਆ। ਪੋਥੀ ਪੜਾ ਹੈ ਬੁੱਧ ਫਿਰ ਜਾਏ, ਤੇ ਪੋਥੀ ਇਹੋ ਜਿਹੀ ਪੜ੍ਹ ਕੇ ਇਹਨਾਂ ਦੀ ਮੱਤ ਮਾਰੀ ਜਾਣੀ ਹੈ ਵੀ ਥੋੜ੍ਹੀ ਬਹੁਤੀ ਸ਼ਕਤੀ ਜੀ ਆ ਜਾਓ। ਕਈ ਉਹ ਬਚਨ ਸਿੱਧੀ ਆਉਂਦੇ ਨਾ ਪਾਉਂਦੇ ਇੱਥੇ ਕਈ ਵਾਰ ਘਰਾਂ 'ਚ, ਤੇ ਉਹ ਕੋ ਬਚਨ ਸਿੱਧੀ ਕੀਤੀ ਹੁੰਦੀ ਵੀ ਬਹੁਤੀ ਤਾਂ ਨਹੀਂ, ਤੇ ਮਨ ਦੀ ਥੋੜ੍ਹੀ ਬਹੁਤੀ ਉਹ ਜਾਣ ਲੈਂਦੇ ਆ, ਜਿਸ ਕਰਕੇ ਉਹ ਵੇਖੋ ਫਿਰ ਕਿਵੇਂ ਆਪਦੀ ਪੂਜਾ ਕਰਾਉਂਦੇ ਫਿਰਦੇ ਆ, ਮਾਇਆ ਇਕੱਠੀ ਕਰਦੇ ਫਿਰਦੇ ਆ, ਤੇ ਬਿਨਾਂ ਕਾਰਨ ਹੀ ਧੱਕੇ ਨਾਲ ਇੰਨੀ ਮਾਇਆ ਦਿਓਗੇ ਤੇ ਤੁਹਾਡਾ ਅਸੀਂ ਉਹ ਉਪਾਅ ਕਰ ਦਈਏ, ਵਸੀਕਰਨ ਮੁੱਠੀਕਰਨ ਕੀ ਕੁਝ ਕਰਦੇ ਫਿਰਦੇ ਆ, ਤੰਤਰ ਮੰਤਰ ਧਾਗੇ ਤਵੀਤ, ਕੋਈ ਇੱਕ ਅੱਧਾ ਕੋਈ ਮੰਤਰ ਇਹਨਾਂ ਨੇ ਸਿੱਧ ਕੀਤਾ ਹੁੰਦਾ ਥੋੜ੍ਹਾ ਬਹੁਤਾ, ਤੇ ਉਹ ਮਾੜੀ ਮੋਟੀ ਜੀ ਕਲਾ ਆ ਜਾਂਦੀ ਆ ਛਲਾਵਾ ਮਾਤਰ ਵਿੱਚ ਕਿਸੇ ਨੂੰ ਧੋਖਾ ਧੜੀ ਵਿੱਚ ਰੱਖਣ ਵਾਸਤੇ। ਤੇ ਵੇਖੋ ਸੰਸਾਰ ਉਹ ਕਿਵੇਂ ਉਹ ਵੱਡੇ ਵੱਡੇ ਫਿਰ ਉਹ ਡੇਰੇ ਬਣਾ ਲੈਂਦੇ ਆ, ਕਿੰਨੇ ਲੋਕਾਂ ਨੂੰ ਮਗਰ ਲਾਈ ਫਿਰਦੇ ਆ, ਕਿਸੇ ਤੋਂ ਕੀ ਮੰਗਦੇ ਆ, ਕਿਸੇ ਤੋਂ ਕੀ ਮੰਗਦੇ ਆ, ਟੂਣੇ ਟੱਪੇ ਕਰਵਾਉਂਦੇ ਆ ਫਿਰ ਘਰਾਂ ਵਿੱਚ। ਤੋ ਇਸ ਤਰ੍ਹਾਂ
ਉਹ ਲੋਕ ਹੈ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਇੱਕ ਅੱਧਾ ਮੰਤਰ ਜਾਂ ਕੋਈ ਥੋੜ੍ਹੀ ਬਹੁਤੀ ਅਜ਼ਮਤ ਆ ਜਾਂਦੀ ਹੈ ਮੰਤਰਾਂ ਤੰਤਰਾਂ ਦੇ ਨਾਲ ਕੁਝ ਸਮੇਂ ਵਾਸਤੇ। ਅਤੇ ਗਰੀਬ ਨਵਾਜ਼ ਜਾਣਦੇ ਵੀ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਮਹਾਨ ਲਿਖਤ ਹੈ। ਅਤੇ ਕਲਯੁੱਗ ਦੇ ਜੀਵਾਂ ਦੇ ਵਿੱਚ ਇੰਨਾ ਮਾਦਾ ਨਹੀਂ ਹੋਣਾ ਵੀ ਏਡੀ ਸ਼ਕਤੀ ਨੂੰ ਪਚਾ ਸਕਣ, ਵਿਖਾਵਾ ਕਰਿਆ ਕਰਨਗੇ। ਇਹਨਾਂ ਦੀ ਮੱਤ ਮਾਰੀ ਜਾਣੀ, ਫਿਰ ਜਾਣੀ, ਪਰਮੇਸ਼ਰ ਵਾਲੇ ਪਾਸੋਂ ਭੁੱਲ ਕੇ ਤੇ ਇਹਨਾਂ ਕੰਮਾਂ ਵਿੱਚ ਲੱਗ ਜਾਣਗੇ। ਗਿਆਨਹੀਨ ਜਗ ਸਿੱਧ ਕਹਾਏ। ਗਿਆਨ ਹੋਣਾ ਨਹੀਂ ਪੱਲੇ ਪਰਮੇਸ਼ਰ ਦੀ ਪ੍ਰਾਪਤੀ ਦਾ, ਤੇ ਆਪਦੇ ਆਪ ਨੂੰ ਵੱਡੇ ਤੇ ਸਿੱਧ ਪੁਰਖ ਮਹਾਂਪੁਰਖ ਅਖਵਾਇਆ ਕਰਨਗੇ। ਜਾਂ ਤੇ ਉਚਿਤ ਨਾ ਪੋਥੀ ਰਾਖਨ। ਇਸ ਕਰਕੇ ਮਹਾਰਾਜ ਨੇ ਵਿਚਾਰ ਕੀਤੀ ਵੀ ਪੋਥੀ ਜਿਹੜੀ ਰੱਖਣੀ ਹੈ ਨਾ ਉਹ ਉਚਿਤ ਨਹੀਂ ਹੈ। ਕਰ ਲਾ ਸਹੀ ਕੋਈ ਨਾ, ਵੀ ਪੋਥੀ ਜਿਹੜੀ ਹੈ ਇਹ ਰੱਖਣੀ ਯੋਗ ਨਹੀਂ ਸਾਡੇ ਵਾਸਤੇ, ਵੀ ਇਹ ਪੋਥੀ ਰੱਖ ਲਈ ਤੇ ਇਹਨਾਂ ਦੀ ਮੱਤ ਮਾਰੀ ਜਾਣੀ। ਆਉਣ ਵਾਲੇ ਕਲਯੁੱਗ ਵਿੱਚ ਜਦੋਂ ਕੋਈ ਪੜ੍ਹਿਆ ਕਰੇਗਾ ਤੇ ਪਰਮੇਸ਼ਰ ਨੂੰ ਭੁੱਲ ਜਾਵੇਗਾ। ਰਿਸ ਕਰ ਪੈੜੇ ਕੋ ਕਹਿ ਭਾਖਨ। ਤੇ ਨਾਲ ਹੀ ਮਹਾਰਾਜ ਨੇ ਗੁੱਸੇ ਪੈੜੇ ਦੇ ਕੰਮ ਤੋਂ ਗੁੱਸੇ ਹੋ ਕੇ ਮਹਾਰਾਜ ਨੇ ਥੋੜਾ ਕਰੜੇ ਜੇ ਬਚਨ ਦਬਕੇ ਰੂਪ ਵਿੱਚ ਆਖੇ ਆ। ਜੋ ਪ੍ਰਸੰਗ ਇਸ ਤੇ ਨਿਕਸਾਇਓ। ਮਹਾਰਾਜ ਕਹਿੰਦੇ ਉਹ ਪੈੜੇ ਮੁਖੇ ਸਿੱਖਾਂ ਵਾਲਾ ਕਰਨੀ ਕਰਮ ਧਰਮ ਨਹੀਂ ਤੈਂ ਕੀਤਾ, ਵੀ ਘਰ ਵਿੱਚ ਜਿਹੜੇ ਵਰਕੇ ਪਾੜ ਕੇ ਇਸ ਗ੍ਰੰਥ ਦੇ ਲਕੋ ਆਇਆ ਹੈ। ਸੋ ਭੀ ਚਹੀਏ ਇਹਾਂ ਮਿਲਾਇਓ। ਜੇ ਸਾਡੀ ਖੁਸ਼ੀ ਚਾਹਣਾ ਹੈ ਤੇ ਪਾੜੇ ਹੋਏ ਵਰਕੇ ਕੱਢੇ ਹੋਏ ਪ੍ਰਸੰਗ ਸਾਡੇ ਪਾਸ ਇੱਥੇ ਲੈ ਕੇ ਆਉਣਾ ਕਰ, ਮਿਲਾ ਦਈਏ। ਸੋ ਮੰਗਾਏ ਜਲ ਕਰਿਓ ਪ੍ਰਵਾਹੇ। ਉਹ ਮੰਗਾ ਕੇ ਮਹਾਰਾਜ ਨੇ ਤੇ ਉਹ ਸਾਰੀ ਪੋਥੀ ਨੂੰ ਸਾਡੇ ਵਰਗਿਆਂ ਵਾਸਤੇ ਯੋਗ ਨਾ ਭਾਵ ਸਿੱਖਾਂ ਦਾ ਭਲਾ ਹੀ ਕਰਨ ਵਾਸਤੇ ਵੀ ਨਾਮ ਨਾਲ ਹੀ ਲੱਗੇ ਰਹਿਣ ਤੇ ਜਲ ਵਿੱਚ ਪ੍ਰਵਾਹ ਕਰ ਦਿੱਤੀ। ਉਹ ਜਿੱਥੇ ਦੁੱਖ ਭੰਜਨੀ ਸਾਹਿਬ ਬੇਰ ਸਾਹਿਬ ਹੈ, ਇੱਥੇ ਮਹਾਰਾਜ ਨੇ ਕਹਿੰਦੇ ਅੰਮ੍ਰਿਤ ਸਰੋਵਰ ਵਿੱਚ ਅਲੋਪ ਕਰ ਦਿੱਤੀ ਸੀ। ਅਚਰਜ ਦੇਖ ਭਏ ਸਭ ਤਾਹੇ। ਤੇ ਸਾਰੇ ਵੇਖ ਵੇਖ ਹੈਰਾਨ ਹੁੰਦੇ ਵੀ ਪਹਿਲਾਂ ਇੰਨਾ ਹਜ਼ਾਰਾਂ ਕੋਹ ਤੋਂ ਪੋਥੀ ਮੰਗਵਾਈ, ਫਿਰ ਮਹਾਰਾਜ ਨੇ ਇਹਨੂੰ ਜਿਹੜਾ ਵਾ ਨਾਸ਼ ਕਰ ਦਿੱਤਾ ਹੈ। ਦੇਖ ਸਾਧ ਬਿਸਮਤ ਹੋਏ ਭਾਰੀ। ਸਾਧੂ ਹੁਣ ਵਿਚਾਰਾ ਦਰਸ਼ਨ ਕਰਨ ਆਇਆ ਸੀ, ਕਿੰਨਾ ਪੈਂਡਾ ਕੱਟ ਕੇ ਤੁਰਦਾ ਹੋਇਆ, ਉਹ ਵੀ ਵੇਖ ਕੇ ਬੜਾ ਦੁਖੀ ਤੇ ਹੈਰਾਨ ਹੋਇਆ ਹੈ। ਗੁਰ ਪਦ ਨਿਕਟ ਸੋ ਬਿਨੈ ਉਚਾਰੀ। ਗਰੀਬ ਨਵਾਜ ਦੇ ਚਰਨਾਂ ਪਾਸ ਇਹ ਸਾਧੂ ਨੇ ਫਿਰ ਬੇਨਤੀ ਕੀਤੀ। ਮਹਾਰਾਜ ਮੁਝ ਸੁਨ ਅਰਦਾਸ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਵੀ ਅਰਦਾਸ ਸੁਣੋ ਆਪ। ਤੂੰ ਰਹੋ ਤੇ ਆਵਾ ਧਰ ਆਸ। ਦੂਰੋਂ ਤੇ ਵੀ ਮੈਂ ਤਾਂ ਮਹਾਰਾਜ ਦੂਰ ਤੋਂ ਚੱਲ ਕੇ ਇੱਛਾ ਰੱਖ ਕੇ ਇਹ ਪੋਥੀ ਦੇ ਦਰਸ਼ਨ ਕਰਨ ਵਾਸਤੇ ਆਇਆ, ਮੇਰੀ ਵੀ ਇੱਛਾ ਪੂਰੀ ਕਰੋ ਜੀ। ਪੜੋ ਲਿਖੋ ਪੋਥੀ ਗੁਰ ਜੋਈ। ਮਹਾਰਾਜ ਜਿਹੜੀ ਪੋਥੀ ਹੈ ਉਹ ਮੈਂ ਪੜ੍ਹਨੀ ਚਾਹਣਾ ਹਾਂ ਤੇ ਉਹਦੇ ਤੋਂ ਲਿਖ ਲਵਾਂਗਾ ਵੇਖ ਕੇ। ਲਾਭ ਅਧਿਕ ਜਾਂ ਤੇ ਮੋਹਿ ਹੋਈ। ਤੇ ਮੈਂ ਪੋਥੀ ਪੜ੍ਹ ਕੇ ਉਹ ਤੋਂ ਵੇਖ ਵੇਖ ਲਿਖ ਕੇ ਆਪਦਾ ਗ੍ਰੰਥ ਹੋਰ ਛਾਪਾ ਉਤਾਰ ਕੇ, ਤੇ ਮੈਨੂੰ ਪਤਾ ਹੈ ਮਹਾਰਾਜ ਤੁਹਾਡੇ ਲਿਖੇ ਗ੍ਰੰਥ ਸਾਨੂੰ ਸਿੱਧਾਂ ਨੂੰ ਕੋਈ ਮੈਨੂੰ ਕਰਾਮਾਤ ਕੋਈ ਜਾਂ ਆਪਦਾ ਸੁੱਖ ਤੱਕ ਲਵਾਂਗਾ ਇਹਨਾਂ ਲਿਖਤਾਂ ਵਿੱਚੋਂ। ਦੇਖ ਸਾਧ ਧੀਰਜ ਮਨ ਖੋਇਓ। ਮਹਾਰਾਜ ਨੇ ਵੇਖਿਆ ਵੀ ਸਾਧੂ ਤਾਂ ਬੜਾ ਵਿਚਾਰਾ ਵਿਆਕੁਲ ਜਿਹਾ ਹੋਇਆ ਫਿਰਦਾ ਤੇ ਧੀਰਜ ਜਿਹਾ ਇਹਦੇ ਮਨ ਚੋਂ ਨਸਿਆ ਹੋਇਆ ਹੈ। ਸੀਸ ਚਰਨ ਧਰ ਨਿਮਰੀ ਹੋਇਓ। ਤੇ ਮਹਾਰਾਜ ਦੇ ਚਰਨਾਂ ਤੇ ਨੇ ਸੀਸ ਰੱਖਿਆ ਹੋਇਆ ਤੇ ਬੇਨਤੀਆਂ ਕਰਦਾ ਨਿਮਰਤਾ ਸਹਿਤ ਵੀ ਮਹਾਰਾਜ ਮੈਨੂੰ ਇਹ ਗ੍ਰੰਥ ਦੇ ਦਿਓ ਜਾਂ ਮੈਨੂੰ ਦਰਸ਼ਨ ਕਰਵਾ ਦਿਓ, ਪੜ੍ਹ ਲੈਣ ਦਿਓ। ਸਾਧ ਦਸ਼ਾ ਦਿਸ ਗੁਰੂ ਕਿਰਪਾਲ। ਸਾਧੂ ਦੀ ਇਹ ਹਾਲਤ ਵੇਖ ਕੇ ਦੀਨ ਨਿਮਾਣੇ ਹੋਏ ਦੀ ਬੇਨਤੀ ਸੁਣ ਕੇ ਮਹਾਰਾਜ ਬੜੇ ਕਿਰਪਾ ਕਰਦੇ ਆ। ਜੋ ਇੱਛਾ ਕੱਢ ਲਿਓ ਤਤਕਾਲ। ਮਹਾਰਾਜ ਕਹਿੰਦੇ ਸਾਧੂ ਜੀ ਜੇ ਇੱਛਾ ਹੈ ਤੇ ਲਓ ਤੁਸੀਂ ਕੱਢ ਲਓ। ਜਿੱਥੇ ਅਸੀਂ ਅਲੋਪ ਕੀਤੀ ਦੁੱਖ ਭੰਜਨੀ ਬੇਰ ਸਾਹਿਬ ਕੋਲ, ਉਥੋਂ ਟੁੱਬੀ ਮਾਰੋ ਤੇ ਸੁੱਕੇ ਦਾ ਸੁੱਕਾ ਹੀ ਉਹ ਗ੍ਰੰਥ ਨਿਕਲ ਆਵੇਗਾ। ਸਿਗਰ ਪ੍ਰਵੇਸ਼ ਜਲ ਕੱਢ ਕਰ ਲੀਨੀ। ਤੇ ਇਸ ਜਿਹੜੇ ਸਾਧੂ ਨੇ ਮਾਰ ਕੇ ਟੁੱਬਾ ਉਹਦੇ ਵਿੱਚ ਦੁੱਖ ਭੰਜਨ ਬੇਰ ਸਾਹਿਬ ਲਾਗੇ ਸਰੋਵਰ ਵਿੱਚ, ਤੇ ਜਦੋਂ ਹੀ ਉਹ ਪੁਸਤਕ ਕੱਢ ਲਈ ਹੈ ਹੱਥ ਲੈ ਲਈ। ਹੋਏ ਪ੍ਰਸੰਨ ਗੁਰ ਤਾਂ ਕੋ ਦੀਨੀ। ਤੇ ਮਹਾਰਾਜ ਖੁਸ਼ ਹੋਏ। ਇਸ ਮਹਾਰਾਜ ਨੇ ਆਖਿਆ ਲੈ ਸਾਧੂ ਅਸੀਂ ਕੀ ਕਰਨੀ ਹੈ, ਅਸੀਂ ਤਾਂ ਨਾਸ਼ਕਾਰੀ ਦਿੱਤੀ ਸੀ, ਇਹ ਪੁਸਤਕ ਅਸੀਂ ਤੈਨੂੰ ਦੇਨੇ, ਦੂਰੋਂ ਚੱਲ ਕੇ ਆਇਆ ਹੈ। ਕੇਤਕ ਸਮੈ ਸੇਵ ਪੁਨ ਕਰੀ। ਇਸ ਤਰ੍ਹਾਂ ਇਹ ਸਾਧੂ ਇੱਥੇ ਰਿਹਾ ਤੇ ਕੁਝ ਸਮਾਂ ਮਹਾਰਾਜ ਦੇ ਘਰ ਵਿੱਚ ਇਹ ਸੇਵਾ ਵੀ ਕਰਦਾ ਰਹਿਆ। ਔਰ ਸ਼ਰਧਾ ਅਤ ਗੁਰ ਮਹਿ ਧਰੀ। ਬੜੀ ਸ਼ਰਧਾ ਮਹਾਰਾਜ ਦੇ ਪ੍ਰਥਾਏ ਹਿਰਦੇ ਵਿੱਚ ਧਾਰੀ ਸੀ ਇਸ ਸਾਧੂ ਨੇ।
ਮਹਾਰਾਜ ਦੀ ਸਿੱਖੀ ਧਾਰਨ ਕੀਤੀ ਤੇ ਕੁਝ ਸਮਾਂ ਅੰਮ੍ਰਿਤਸਰ ਸਾਹਿਬ ਬੜੀ ਸੇਵਾ ਕਰਦਾ ਰਿਹਾ। ਪੈੜਾ ਖਰੋ ਅਗਰ ਕਰ ਜੋਰ। ਇਧਰ ਭਾਈ ਪੈੜਾ ਆਪਦੀ ਗਲਤੀ ਨੂੰ ਮਹਿਸੂਸ ਕਰਦਾ ਹੋਇਆ ਸ਼ਰਮਿੰਦਾ ਹੁੰਦਾ ਵੀ ਮੈਂ ਚੰਗਾ ਨਹੀਂ ਕੀਤਾ ਤੇ ਹੱਥ ਜੋੜ ਕੇ ਖੜਿਆ ਹੈ ਖਿਮਾ ਕਰੀ ਸਤ ਗੁਰੂ ਬਹੋਰ। ਤੇ ਬੇਨਤੀ ਕਰਦਾ ਮਹਾਰਾਜ ਮੇਰੀ ਖਿਮਾ ਜਿਹੜੀ ਭੁੱਲ ਮੇਥੋਂ ਹੋਈ ਹੈ ਨਾ, ਆਪ ਕਿਰਪਾ ਕਰਕੇ ਮਹਾਰਾਜ ਬਖਸ਼ ਦਿਓ, ਭੁੱਲਣ ਹਾਰੇ ਹਾਂ। ਭੂਲ ਚੂਕ ਆਪਣੀ ਬਖਸਾਈ। ਤੇ ਮਹਾਰਾਜ ਨੇ ਬਖਸ਼ਿਆ ਇਸ ਪੈੜੇ ਮੋਖੇ ਨੂੰ, ਕਿਉਂਕਿ ਬਖਸ਼ਿੰਦ ਵੀ ਆ ਸੱਚੇ ਪਾਤਸ਼ਾਹ ਜੀ। ਤੇ ਪੈੜੇ ਮੋਖੇ ਨੇ ਆਪਦੀ ਸਾਰੀ ਪਿਛਲੀ ਭੁੱਲ ਚੁੱਕ ਜਿਹੜੀ ਹੈ ਮਹਾਰਾਜ ਨੂੰ ਝੂਠ ਬੋਲਣ ਦੀ, ਚਲਾਕੀ ਚੁਸਤੀ ਕਰਨ ਦੀ ਸਾਰੀ ਬਖਸ਼ਾ ਲਈ ਹੈ। ਰਾਹ ਹਕੀਕਤ ਸਕਲ ਸੁਨਾਈ। ਤੇ ਬਾਕੀ ਰਾਹ ਦੀ ਸਾਰੀ ਹਕੀਕਤ ਸੁਣਾ ਦਿੱਤੀ ਵੀ ਮਹਾਰਾਜ ਜਦੋਂ ਮੈਂ ਗਿਆ ਉਦੋਂ ਵੀ ਜਿੱਥੇ ਵੇਖੀਏ ਸਿੱਖ ਹੀ ਸਿੱਖ ਮਾਰੇ ਗੁਰੂ ਨਾਨਕ ਪਾਤਸ਼ਾਹ ਦੇ, ਤੇ ਉਥੇ ਰਾਜੇ ਦੇ ਦੇਸ਼ ਘਰ ਵਿੱਚ ਵੀ ਮਹਾਰਾਜ ਬੜੀ ਸਿੱਖੀ, ਮਹਾਰਾਜ ਦੀ ਜੈ ਜੈਕਾਰ ਹੁੰਦੀ ਗੁਰੂ ਨਾਨਕ ਪਾਤਸ਼ਾਹ ਦੀ। ਵੱਡੇ ਵੱਡੇ ਦੇਗੇ ਮਹਾਰਾਜ ਰਾਹ ਵਿੱਚ ਦੇਗਾਂ ਕੜਾਹ ਪ੍ਰਸ਼ਾਦੇ ਲੈਂਦੇ ਆ, ਸੰਗਤਾਂ ਛਕਦੀਆਂ, ਲੰਗਰ ਚੱਲਦੇ ਵੇਖੇ ਮਹਾਰਾਜ ਮੈਂ ਵੀ। ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸਿੱਖੀ ਦਾ ਪ੍ਰਚਾਰ ਵਿਸਥਾਰ ਕੀਤਾ ਹੈ। ਜਿੱਥੇ ਕਿਤੇ ਵੇਖੀਦਾ ਮਹਾਰਾਜ ਟਾਪੂਆਂ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬੈਠੇ ਆ। ਸੋ ਬੰਨੋ ਸਿੱਖ ਲਿਖੀ ਗ੍ਰੰਥ। ਬੰਨੋ ਉਹ ਜਿਹੜੀ ਪ੍ਰਾਣ ਸੰਗਲੀ ਆ ਨਾ, ਉਹ ਭਾਈ ਬੰਨੋ ਜੀ ਵਾਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਹੈ, ਉਹਦੇ ਵਿੱਚ ਕਵੀ ਜੀ ਕਹਿੰਦੇ ਉਹ ਮਗਰਲੇ ਪਾਸਿਓ ਸਾਰੀ ਪ੍ਰਾਣ ਸੰਗਲੀ ਗ੍ਰੰਥ ਦੀ ਉਲੱਥਾ ਲਿਖਿਆ ਹੈ। ਜਾਣਤ ਤਾ ਕੋ ਸਗਲੋ ਪੰਥ। ਸਾਰਾ ਪੰਥ ਇਸ ਗੱਲ ਨੂੰ ਜਾਣਦਾ ਹੈ। ਉਸ ਤਰ੍ਹਾਂ ਸਾਧ ਸੰਗਤ ਜੀ ਹੋਰ ਵੀ ਮਤਲਬ ਪ੍ਰਾਣ ਸੰਗਲੀ ਇੱਕ ਗ੍ਰੰਥ ਨਹੀਂ ਹੈ, ਬੜੇ ਜਿਹੜੇ ਇਹ ਪੁਸਤਕ ਨਾ ਕਈ ਤਰ੍ਹਾਂ ਦਾ ਹੀ ਹੈ। ਇੱਕ ਸੰਤ ਸੰਪੂਰਨ ਸਿੰਘ ਜੀ ਆ ਹਿੰਦੀ 'ਚ ਕੀਤਾ, ਉਹਦੇ 21 ਅਧਿਆਇ ਹੈ, ਕਿਸੇ ਦੇ 13 ਅਧਿਆਇ ਹੈ। ਤੇ ਮੇਰਾ ਖਿਆਲ ਭਾਈ ਬੰਨੋ ਵਾਲੀ ਬੀੜ ਤੇ ਉਹ ਵਾਰਤਾਲਾਪ ਹੀ ਆ, ਉੱਥੇ ਅਧਿਆਇ ਨਹੀਂ ਹੈ ਵੀ ਇਹ ਕਈ ਕਿਸਮਾਂ ਦੀ ਪ੍ਰਾਣ ਸੰਗਲੀ ਵੀ ਹੋ ਸਕਦਾ ਕਿਹੜਾ ਸਹੀ ਸੱਚ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਲਾ ਕਿਹੜਾ ਹੈ ਉਹ ਕੋਈ ਕਿਹਾ ਨਹੀਂ ਜਾ ਸਕਦਾ। ਇਹ ਕਿਸੇ ਨੂੰ ਖਾਸ ਇਹਦੇ ਬਾਰੇ ਪਤਾ ਨਹੀਂ ਹੈ। ਇਹ ਕਈ ਛਾਪੇ ਹੋਏ ਹੈ ਤੇ ਉਸ ਨਾਂ ਤੇ ਵੀ ਕਈ ਛਾਪ ਕੇ ਵੇਚਦੇ ਪਏ ਹੁਣ ਤੀਕਰ ਵੀ। ਉਸ ਤਰ੍ਹਾਂ ਭਾਈ ਬੰਨੋ ਜੀ ਬੀੜ ਦੀ ਬੀੜ ਜਿਹੜੀ ਹੈ ਉਹਦੇ ਤੇ ਇੱਕ ਜਿਹੜਾ ਵੈ ਉਲੱਥਾ ਮਗਰਲੇ ਪਾਸੇ ਇਸ ਪ੍ਰਾਣ ਸੰਗਲੀ ਗ੍ਰੰਥ ਦਾ ਵੀ ਦੱਸਦੇ ਹੈ। ਉਸ ਤਰ੍ਹਾਂ ਸਾਧ ਸੰਗਤ ਜੀ ਇੱਕ ਸਭ ਤੋਂ ਪੁਰਾਣੀ ਲਿਖਤ ਜਿਹੜੀ ਪ੍ਰਾਣ ਸੰਗਲੀ ਦੀ ਉਹ ਭਾਈ ਬਾਲਾ ਜੀ ਵਾਲੀ ਕੋਈ ਜਨਮ ਸਾਖੀ ਤੇ ਵੀ ਉਹਦੇ ਵਿੱਚ ਵੀ ਲਿਖੀ, ਉਹਦਾ ਜ਼ਿਕਰ ਆਉਂਦਾ ਇਸ ਗ੍ਰੰਥ। ਉਹਦੇ 13 ਅਧਿਆਏ ਮੰਨਦੇ ਤੇ ਉਹ ਪੁਰਾਤਨ ਪੋਥੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਡਾਕਟਰ ਵੀਰ ਸਿੰਘ ਜੀ ਕਹਿੰਦੇ ਲਿਖੀ ਲੱਗਦੀ ਹੈ। ਉਹਨਾਂ ਸਮਿਆਂ ਦੀ 6ਵੇਂ ਪਾਤਸ਼ਾਹ ਦੇ ਸਮੇਂ ਜਿਹੜੀ ਜਨਮ ਸਾਖੀ ਲਿਖੀ ਗਈ ਬਾਬਾ ਬਾਲਾ ਜੀ ਵਾਲੀ ਦਾ ਉਲੱਥਾ ਕਿਤੇ ਕੀਤਾ ਗਿਆ 6ਵੇਂ ਪਾਤਸ਼ਾਹ ਵੇਲੇ। ਉਹਦੇ ਵਿੱਚ ਪ੍ਰਾਣ ਸੰਗਲੀ ਗ੍ਰੰਥ ਦੇ ਕੁਝ ਜਿਵੇਂ ਪ੍ਰਸੰਗ ਹੈ ਉਹ 13 ਅਧਿਆਏ ਉਹਦੇ ਦੱਸੇ ਹੋਏ ਹੈ। ਇਸ ਤਰ੍ਹਾਂ ਯਾਨੀ ਕਿ ਬੇਅੰਤ ਕਾਫੀ ਹੈ। ਇਹ ਤਰ੍ਹਾਂ ਦੇ ਪ੍ਰਾਣ ਸੰਗਲੀ ਗ੍ਰੰਥ ਹੁਣ ਹੋਂਦ ਵਿੱਚ ਆਏ ਹੋਏ ਹੈ, ਇੱਕ ਨਾਲ ਦੂਜਾ ਰਲਦਾ ਨਹੀਂ ਵੈਸੇ। ਤੋ ਕਿਸੇ ਦੇ 13 ਅਧਿਆਏ ਹੈ ਤੇ ਕਿਸੇ ਦੇ ਖਾਲਸਾ ਜੀ ਇਸ ਤਰ੍ਹਾਂ 21 ਅਧਿਆਏ ਵੀ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਨਸ਼ਟ ਕਰ ਦਿੱਤੀ ਸੀ, ਮੁੜ ਕੇ ਉਹ ਸਾਧੂ ਨੂੰ ਜੋਗੀ ਨੂੰ ਦੇ ਦਿੱਤੀ, ਜਿਵੇਂ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਆ। ਤੋ ਕਵੀ ਜੀ ਕਹਿੰਦੇ ਉਹ ਭਾਈ ਬੰਨੋ ਜੀ ਬੀੜ ਦੇ ਲਿਖੀ ਹੋਈ ਆ ਉੱਪਰ ਮਗਰਲੇ ਪਾਸੇ, ਜਿਸ ਕਰਕੇ ਸਾਰਾ ਪੰਥ ਇਸ ਗੱਲ ਨੂੰ ਜਾਣਦਾ ਹੈ। ਦੋਹਰਾ ਸ਼੍ਰੀ ਗੁਰ ਹਰਗੋਬਿੰਦ ਕੇ। ਜਿਹੜਾ ਇਹ ਭਾਈ ਪੈੜਾ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 6ਵੇਂ ਪਾਤਸ਼ਾਹ ਦੇ ਪਾਸ ਨਿਕਟ ਰਹਿਓ ਚਿਰਕਾਲ। ਬੜਾ ਲੰਮਾ ਸਮਾਂ ਮਹਾਰਾਜ ਦੀ ਸੇਵਾ 6ਵੇਂ ਪਾਤਸ਼ਾਹ ਦੇ ਜੰਗਾਂ ਯੁੱਧਾਂ ਵਿੱਚ ਵੀ ਸੇਵਾ ਕਰਦਾ ਰਿਹਾ। ਆਗਿਆਕਾਰੀ ਹੋਏ ਕਰ। ਬੜਾ ਆਗਿਆਕਾਰੀ ਹੋ ਕਰਕੇ ਰਿਹਾ ਸੀ। ਉਸ ਤੋਂ ਬਾਅਦ ਨਹੀਂ ਇਹਨੇ ਕੋਈ ਭੁੱਲ ਚਲਾਕੀ ਕੀਤੀ। ਪੈੜਾ ਭਇਓ ਨਿਹਾਲ। ਤੇ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਭਾਈ ਪੈੜਾ ਮੁਖਾ ਬੜਾ ਨਿਹਾਲ ਕਿਰਤਾਰਥ ਹੋਇਆ। ਦੋਹਰਾ ਅੱਗੇ ਸਤਿਗੁਰ ਕੀ ਕਥਾ। ਤੋਂ ਅੱਗੇ ਪੋਥੀਆਂ ਲਿਆਉਣ ਦਾ ਪ੍ਰਸੰਗ ਕਵੀ ਜੀ ਆਰੰਭ ਕਰਦੇ ਆ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਪਾਸੋਂ। ਕਵੀ ਜੀ ਕਹਿੰਦੇ ਅੱਗੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਦੀ ਹੋਰ ਕਥਾ ਸੁਣੋ। ਕਹੋ ਜਥਾ ਮਤ ਹੋਏ। ਕਹਿੰਦੇ ਅਸੀਂ ਜਿਹੋ ਜੀ ਮਹਾਰਾਜ ਨੇ ਸਾਨੂੰ ਮੱਤ ਦਿੱਤੀ ਹੈ ਨਾ, ਆਪਦੀ ਤੁੱਛ ਮੱਤ ਬੁੱਧ ਅਨੁਸਾਰ ਅਸੀਂ ਮਹਾਰਾਜ ਦੀ ਹੋਰ ਕਥਾ ਲਿਖਦੇ ਹਾਂ। ਕਥਾ ਸੁਨੋ ਸਰੋਤਾ ਨਿਪੁੰਨ। ਜਿਹੜੇ ਸਰੋਤਾ ਜਨੋ
ਆਪ ਇਹ ਕਥਾ ਸੁਣੋ ਸੱਚੇ ਪਾਤਸ਼ਾਹ ਮਹਾਰਾਜ ਦੀ ਚੱਜ ਨਾਲ। ਮਥਾ ਸਾਰ ਹੈ ਜੋਏ। ਜਿਹੜਾ ਅਸੀਂ ਮਹਾਰਾਜ ਦੇ ਘਰ ਦੇ ਵਿੱਚੋਂ ਸਿੱਖਿਆ ਲੈ ਕੇ ਮਥਾ ਕਹੀਏ, ਸਾਰ ਸਿਧਾਂਤ ਦਾ ਸਿਧਾਂਤ ਨੂੰ ਮਥਾ ਕੱਢਿਆ, ਭਾਵ ਮਥਾ ਹੁੰਦਾ ਕਿਸੇ ਨੂੰ ਵਰੋਲ ਕੇ ਜਿਵੇਂ ਰਿੜਕਣਾ, ਵੀ ਅਸੀਂ ਜਿਹੜਾ ਰੇੜਕਾ ਕੱਢਿਆ ਹੈ ਨਾ ਸਾਰੇ ਸਿਧਾਂਤ ਦਾ, ਉਹ ਸੁਣਨਾ ਕਰੋ ਜੀ। ਸ੍ਰੀ ਗ੍ਰੰਥ ਸ਼ਬਦ, ਸ੍ਰੀ ਗ੍ਰੰਥ ਸਾਹਿਬ ਸ਼ਬਦ। ਇਧਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਕਰਹਿ ਬੀੜ ਕੋ ਏਕ। ਉਹ ਸ਼ਬਦ ਇਕੱਠੇ ਕਰਨ ਵਾਸਤੇ ਨਾ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਚਦੇ ਆ ਵੀ ਕਿਉਂ ਨਾ ਇੱਕ ਵੱਡਾ ਗ੍ਰੰਥ ਬਣਾਇਆ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਵਾਸਤੇ, ਸਾਰੀ ਗੁਰਬਾਣੀ ਸ਼ਬਦ ਨੂੰ ਇੱਕ ਕਰਨ ਵਾਸਤੇ ਗਿਰਾ ਪੰਚ ਪਤਸ਼ਾਹ ਕੀ। ਮਹਾਰਾਜ ਸੋਚਦੇ ਵੀ ਜਿਹੜੀ ਗੁਰਬਾਣੀ ਆ ਨਾ ਪੰਜਾਂ ਪਾਤਸ਼ਾਹੀਆਂ ਦੀ, ਭਾਵ ਸਾਡੇ ਸਮੇਤ 4 ਹੋਰ ਸਰੂਪਾਂ ਦੀ, ਪੂਰਨ ਆਦ ਵਿਵੇਕ। ਜੇ ਇਸ ਸਤਿਗੁਰਾਂ ਦੀ ਬਾਣੀ ਵਿੱਚ ਵਿਵੇਕ ਗਿਆਨ ਤੋਂ ਬਾਅਦ ਸਭ ਕੁਝ ਐਨ ਪਰਿਪੂਰਨ ਹੈ। ਗਿਆਨ ਤੋਂ ਬਾਅਦ ਜਿਹੜੇ ਸਤ ਸੰਤੋਖ ਸ਼ੁਭ ਗੁਣ ਹੈ ਜਿਸ ਗੁਰਬਾਣੀ ਵਿੱਚ ਭਰੇ ਪਏ ਹਨ। ਨਿਸ਼ਾਨੀ ਛੰਦ ਇਮ ਸ਼੍ਰੀ ਅਰਜਨ ਸਤਿਗੁਰੂ। ਤੋ ਇਸ ਤਰ੍ਹਾਂ ਧੰਨ ਧੰਨ ਸਾਹਿਬ ਸਤਿਗੁਰੂ ਅਰਜਨ ਦੇਵ ਜੀ ਤਹ ਸਮਾਂ ਬਿਤਾਇਓ। ਕੁਝ ਸਮਾਂ ਸਿੱਖਾਂ ਨੂੰ ਤਾਰਦਿਆਂ ਹੋਇਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। ਗਿਆਨ ਸਰੋਮਨ ਧੀਰ ਬੜ। ਬੜੇ ਗਿਆਨ ਵਾਲੇ ਆ ਸੱਚੇ ਪਾਤਸ਼ਾਹ ਜੀ, ਸ਼੍ਰੋਮਣੀ ਗਿਆਨ ਜਿਨ੍ਹਾਂ ਦੇ ਵਿੱਚ ਜਾਂ ਗਿਆਨ ਸਰਮੋਰ ਹੈ, ਬੜੇ ਧੀਰਜ ਵਾਲੇ ਹਨ। ਬਚ ਮਦਰ ਸਹਾਇਓ। ਮਹਾਰਾਜ ਦੇ ਬਚਨ ਬੜੇ ਮਧੁਰੇ ਆ, ਮਿੱਠੇ ਆ, ਸੋਭਾ ਪਾਉਣ ਵਾਲੇ। ਉਪਮਾ ਰਤਨਾ ਕਰ ਦਿਪਹਿ। ਤੇ ਮਹਾਰਾਜ ਦੀ ਜਿਹੜੀ ਉਪਮਾ ਹੈ ਉਹ ਰਤਨਾਕਰ ਕੀ ਇਹ ਸਮੁੰਦਰ ਵਾਂਗੂ ਪ੍ਰਗਟ ਹੋ ਰਹੀ ਹੈ। ਗੰਭੀਰ ਵਿਸ਼ਾਲਾ। ਜਿਵੇਂ ਸਮੁੰਦਰ ਬੜਾ ਗੰਭੀਰ ਹੁੰਦਾ ਹੈ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਹਿਮਾ ਰੂਪੀ ਸਮੁੰਦਰ ਬੜਾ ਵਿਸ਼ਾਲ, ਵੱਡਾ, ਲੰਮਾ ਚੌੜਾ ਹੈ। ਸਿੱਖ ਸੇਵਕ ਜਲ ਜੰਤ ਗਨ। ਤੇ ਜਿੰਨੇ ਕਵੀ ਜੀ ਕਹਿੰਦੇ ਸਿੱਖ ਸੇਵਕ ਹੈ ਉਹ ਸਾਰੇ ਮਾਨੋ ਜਲ ਦੇ ਸਮੁੰਦਰ ਦੇ ਜੰਤੂ ਹੋਣ ਰਹਿਣ ਵਾਲੇ। ਆਕਰਤ ਉਜਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਉਜਲਤਾ, ਉਜਾਲਾ ਕਹੀਏ, ਜਿਹੜੀ ਇਹ ਮਹਾਰਾਜ ਦਾ ਪਵਿੱਤਰ ਸੋਭਾ ਹੈ ਨਾ, ਉਹ ਸੋਭਾ ਦੀ ਉਜਲਤਾ ਹੀ ਜਿਹੜੀ ਉਹ ਮਾਨੋ ਤਰੰਗਾਂ ਹੋਣ ਜਿਵੇਂ ਸਮੁੰਦਰ ਦੀਆਂ ਹਨ। ਸਤ ਸੰਤੋਖ ਸੁਸ਼ੀਲਤਾ ਸੁੱਚ। ਸਤ ਸੰਤੋਖ ਸੁਸ਼ੀਲਤਾ ਸ਼ੁਭ ਗੁਣ ਜਿਹੜੇ ਹਨ। ਸੁੱਚ ਸੁੰਦਰਤਾਈ। ਤੇ ਮਨ ਤੇ ਤਨ ਦੀ ਸੁਚਤਾਈ, ਪਵਿੱਤਰਤਾ, ਤੇ ਹੋਰ ਮਹਾਰਾਜ ਦੇ ਹਿਰਦੇ ਦੀ ਸ਼ੁਭ ਗੁਣਾ ਰੂਪ ਸੁੰਦਰਤਾਈ ਹੈ। ਦਇਆ ਸ਼ਿਮਾ ਮੁਦਤਾ। ਮਹਾ ਤੇ ਜਿਹੜੀ ਦਇਆ ਹੈ, ਫਿਰ ਮੁਦਤਾ ਪ੍ਰਸੰਨ ਰਹਿਣਾ, ਸ਼ਿਮਾ ਔਗਣ ਵੇਖ ਕੇ ਚਿਤਾਰਨਾ ਨਾ, ਇਹ ਜਿਹੜੇ ਵੱਡੇ ਗੁਣ ਹਨ। ਕੋਮਲ ਸਰਲਾਈ। ਤੇ ਮਹਾਰਾਜ ਦਾ ਹਿਰਦਾ ਬੜਾ ਕੋਮਲ ਹੈ, ਸਰਲਾਈ, ਸਿੱਧੇ ਸੁਭਾਅ ਦੇ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਹਿਰਦੇ ਵਿੱਚ ਕੋਈ ਵਲਛਲ ਨਹੀਂ ਹੈ। ਅਨਸੂ ਧੀਰਜ ਧਰਮ ਗੁਣ। ਅਣਸੂਯੂ ਕਹਿੰਦੇ ਸੂਏ ਈਰਖਾ ਨੂੰ ਕਹਿੰਦੇ ਅਣ ਕਈ ਰਹਿਤ। ਮਹਾਰਾਜ ਸੱਚੇ ਪਾਤਸ਼ਾਹ ਜੀ ਈਰਖਾ ਤੋਂ ਰਹਿਤ, ਕਿਸੇ ਨਾਲ ਈਰਖਾ ਵੈਰ ਨਹੀਂ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕਉ ਬਣ ਆਈ। ਐਸੇ ਹਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਬੜੇ ਧੀਰਜ ਵਾਲੇ ਕਵੀ ਜੀ ਕਹਿੰਦੇ। ਧਰਮੀ ਧਰਮਾਤਮਾ ਹਨ, ਧਰਮ ਦਾ ਥੰਮ ਹੈ ਸੱਚੇ ਪਾਤਸ਼ਾਹ। ਇਹੋ ਜਿਹੇ ਮਹਾਰਾਜ ਵਿੱਚ ਸ਼੍ਰੇਸ਼ਟ ਗੁਣ ਹਨ। ਆਦਿਕ ਗਿਆਨਾ। ਤੇ ਗਿਆਨ ਤੋਂ ਆਦਿਕ ਸਾਰੇ ਜਿਹੜੇ ਗੁਣ ਹਨ ਮਹਾਰਾਜ ਦੇ ਵਿੱਚ ਪਰਿਪੂਰਨ। ਇਹ 14 ਰਤਨਾਂ ਵਾਂਗੂ ਇਹ 14 ਗੁਣ ਆ ਨਾ ਜਿਹੜੇ ਮਹਾਰਾਜ ਵਿੱਚ, ਸਤ ਸੰਤੋਖ ਸੁਸ਼ੀਲਤਾ ਸੁੱਚ ਸੁੰਦਰਤਾ ਦਇਆ ਛਿਮਾ ਮੁਦਤਾ ਕੋਮਲ ਸਰਲਾਈ ਅਨਸੂਯੋ ਤੋ ਜਾਂ ਈਰਖਾ ਰਹਿਤ ਹੋਣਾ ਧੀਰਜ ਧਰਮ ਗਿਆਨ, ਇਹ ਜਿਹੜੇ ਸ਼ੁਭ ਗੁਣ ਹੈ ਸੱਚੇ ਪਾਤਸ਼ਾਹ ਵਿੱਚ 14 ਰਤਨ ਵਿਸ਼ਾਲ ਪ੍ਰਕਾਸ਼ ਤੇ। ਇਹ ਰਤਨ ਹਨ ਜਿਵੇਂ ਸਮੁੰਦਰ ਵਿੱਚ 14 ਰਤਨ ਨੇ ਨਾ ਕੱਢੇ ਸੀ ਜਿਹੜੇ ਦੇਵਤਿਆਂ ਨੇ, ਮਹਾਰਾਜ ਰੂਪੀ ਸਮੁੰਦਰ ਦੇ ਵਿੱਚ 14 ਰਤਨ ਹੈ ਭਾਈ, ਸ਼ੁਭ ਗੁਣਾ ਰੂਪ ਪ੍ਰਕਾਸ਼ ਹੋ ਰਹੇ। ਜਾਤੀ ਇਹ ਨਾਨਾ। ਇਹ ਨਾਨਾ ਤਰ੍ਹਾਂ ਦੀ ਜਾਤ ਹੈ, ਜਿਵੇਂ 14 ਰਤਨਾਂ ਦੀ ਵੱਖੋ ਵੱਖਰੀ ਜਾਤ ਹੈ, ਮਹਾਰਾਜ ਵਿੱਚ ਸ਼ੁਭ ਗੁਣ 14 ਤਰ੍ਹਾਂ ਦੇ ਆ ਸੱਚੇ ਪਾਤਸ਼ਾਹ ਵਿੱਚ। ਇਹ ਮਾਨੋ ਮਹਾਰਾਜ ਰੂਪੀ ਸਮੁੰਦਰ ਦੇ ਵਿੱਚ ਰਤਨ ਪ੍ਰਕਾਸ਼ਮਾਨ ਹੋ ਰਹੇ ਆ। ਸਾਰ ਅਸਾਰ ਵਿਚਾਰਬੋ। ਜਿਹੜਾ ਸਾਰ ਸਤ ਤੇ ਅਸਾਰ ਝੂਠ,
ਸਤ ਅਸਤ ਦੀ ਵਿਚਾਰ ਕਰਨੀ। ਗੰਭੀਰ ਸੋ ਨੀਰਾ ਇਹ ਨੀਰ ਹੈ ਪਾਣੀ ਬੜਾ ਡੂੰਘਾ ਮਹਾਰਾਜ ਰੂਪੀ ਸਮੁੰਦਰ ਵਿੱਚ। ਪ੍ਰੇਮ ਸ਼ੁਭ ਤੇ ਭਗਤ ਨਿਤ ਤੇ ਜਿਹੜਾ ਪ੍ਰੇਮ ਰੂਪੀ ਛੋਭ ਹੈ ਨਾ ਉਹ ਜਵਾਰ ਭਾਟਾ ਆ ਰਿਹਾ ਨਿਤਾ ਪ੍ਰਤੀ, ਜਿਹੜਾ ਪ੍ਰੇਮ ਦੀ ਸ਼ੋਭ ਕਹੀਏ, ਪ੍ਰੇਮ ਦੀ ਸ਼ੋਭ ਦੇ ਨਾਲ ਉਛਾਲੇ ਵੱਜਦੇ ਨਿਤਾ ਪ੍ਰਤੀ ਭਗਤੀ ਰੂਪੀ ਜਵਾਰ ਭਾਟਾ ਆ ਰਿਹਾ ਹੈ। ਬੀਚੀ ਸੁਖ ਸੀਰਾ ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸੁਖ ਰੂਪੀ ਸੀਰਾ ਠੰਡਿਆਈ ਹੈ। ਜਿਵੇਂ ਸਮੁੰਦਰ ਵਿੱਚ ਸੀਤਲਤਾ ਹੀ ਹੁੰਦੀ ਹੈ, ਮਹਾਰਾਜ ਵਿੱਚ ਸੁਖ ਰੂਪੀ ਸੀਤਲਤਾ ਹੀ ਛੁਪੀ ਹੈ। ਸੰਤ ਹੰਸ ਬਿਲ ਸਤ ਸਦਾ ਜਿਹੜੇ ਸੰਤਾਂ ਰੂਪੀ ਮਹਾਂਪੁਰਸ਼ਾਂ ਰੂਪੀ ਹੰਸ ਹੈ, ਜਿਵੇਂ ਸਮੁੰਦਰ ਤੇ ਹੰਸ ਖੁਸ਼ ਰਹਿੰਦੇ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਡਿਆਈ ਰੂਪੀ ਸਮੁੰਦਰ ਵਿੱਚ ਸੰਤ ਮਹਾਂਪੁਰਸ਼ ਹੰਸਾਂ ਵਰਗੇ ਹੈ, ਬੜੇ ਖੁਸ਼ ਰਹਿੰਦੇ ਮਹਾਰਾਜ ਦੀ ਵਡਿਆਈ ਸੁਣ ਕੇ। ਜਮ ਤਾਪ ਬਿਹਾਏ ਤੇ ਮਹਾਰਾਜ ਦੇ ਵਡਿਆਈ ਨੇ ਤਾਂ ਜਮ ਰੂਪੀ ਤਾਪ ਨੂੰ ਨਾਸ਼ ਕੀਤਾ ਹੋਇਆ। ਜਿਹੜੇ ਮਹਾਰਾਜ ਦੀ ਸੋਭਾ ਸੁਣਨ ਵਾਲੇ ਐ, ਜਮਾਂ ਦਾ ਡਰ ਭੈ ਨਹੀਂ ਰਹਿੰਦਾ। ਛੇਮ ਅਨੇਕਨ ਕੋ ਕਰੈ ਇਸ ਤਰ੍ਹਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਅਨੇਕਾਂ ਜੀਵਾਂ ਨੂੰ ਛੇਮ ਕਹੀਏ ਮੁਕਤੀ ਦੀਆਂ ਦਾਤਾਂ ਬਖਸ਼ਦੇ, ਜਾਂ ਛੇਮ ਨਾਮ ਰੱਖਿਆ ਦਾ ਵੀ ਹੈ, ਸਭ ਦੀ ਰੱਖਿਆ ਕਰਦੇ ਆ। ਇਮ ਸਿੰਧ ਸੁਹਾਏ ਇਹੋ ਜਿਹੇ ਸੱਚੇ ਪਾਤਸ਼ਾਹ ਜੀ ਸਮੁੰਦਰ ਵਾਂਗੂ ਸੋਭਾ ਪਾ ਰਹੇ ਹਨ। ਸ਼ਬਦ ਕਰਤ ਚਿਤ ਚਿਤਵਦੇ ਚਿਤਵਤੇ ਮਨ ਵਿੱਚ ਨਾ ਮਹਾਰਾਜ ਜੀ ਸ਼ਬਦ, ਕਿਉਂਕਿ ਮਹਾਰਾਜ ਬਾਣੀ ਦੇ ਬੋਹਿਤ ਸਨ ਸੱਚੇ ਪਾਤਸ਼ਾਹ, ਤੇ ਜਦੋਂ ਬੈਠਦੇ ਮਹਾਰਾਜ ਦੇ ਮੁਖ ਚੋਂ ਖਾਲਸਾ ਜੀ ਗੁਰਬਾਣੀ ਦੇ ਝਰਨੇ ਚੱਲਦੇ ਹੁੰਦੇ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖ ਤੋਂ ਗੁਰਬਾਣੀ ਦੇ ਝਰਨੇ ਚੱਲਦੇ ਆ, ਮਨ ਦੇ ਵਿੱਚ ਵੀ ਸ਼ਬਦ ਹੀ ਚੱਲੀ ਜਾਂਦੇ ਆ। ਸ਼ਬਦ ਜਦੋਂ ਇੱਕੋ ਮਹਾਰਾਜ ਚੇਤਾ ਕਰਦੇ ਆ ਤੇ ਕੋਈ ਆਮ ਸਾਡੇ ਵਾਂਗੂ ਸੰਸਾਰੀ ਗੱਲਾਂ ਥੋੜ੍ਹਾ ਯਾਦ ਆਉਂਦੀਆਂ ਮਹਾਰਾਜ ਨੂੰ। ਜਦੋਂ ਹੀ ਮਹਾਰਾਜ ਸੁਰਤੀ ਜੋੜਦੇ ਤੇ ਕੋਈ ਨਾ ਕੋਈ ਸ਼ਬਦ ਬਣ ਉੱਠਦਾ, ਕੋਈ ਸੋਰਠ ਰਾਗ ਦਾ, ਕੋਈ ਗੌੜੀ ਰਾਗ ਦਾ, ਕਿਉਂਕਿ ਮਹਾਰਾਜ ਬਾਣੀ ਦੇ ਜਹਾਜ਼ ਹਨ ਨਾ, ਨਾਨੇ ਵੱਲੋਂ ਵਰਜੂ ਮਿਲਿਆ ਹੋਇਆ। ਤਾਂ ਕਵੀ ਜੀ ਕਹਿੰਦੇ ਜਦੋਂ ਮਹਾਰਾਜ ਕੁਝ ਚਿਤਵਦੇ ਆ ਨਾ ਤੇ ਸ਼ਬਦ ਹੀ ਸਫਰ ਹੋਣ ਲੱਗ ਜਾਂਦੇ ਆ। ਇੱਕ ਥਾਨ ਲਖੀਜੈ ਤੇ ਚਾਹੁੰਦੇ ਆ ਮਹਾਰਾਜ ਹੁਣ ਚਿਤਵਦੇ ਇਹ ਗੱਲ ਵੀ ਜਿੰਨੇ ਸ਼ਬਦ ਹਨ ਉਹ ਇੱਕ ਥਾਂ ਤੇ ਲਿਖੇ ਜਾਣ, ਵੀ ਜਿੰਨੀ ਸਾਡੀ ਬਾਣੀ ਹੈ, ਗੁਰੂ ਰਾਮਦਾਸ, ਧੰਨ ਗੁਰੂ ਅਮਰਦਾਸ, ਗੁਰੂ ਨਾਨਕ ਪਾਤਸ਼ਾਹ ਸਾਹਿਬ, ਸ੍ਰੀ ਗੁਰੂ ਅੰਗਦ ਦੇਵ, ਸਾਰੀ ਗੁਰਬਾਣੀ ਜਿੰਨੀ ਹੁਣ ਤੀਕਰ ਉਚਾਰੀ ਗਈ ਸਾਡੇ ਸਮੇਤ, ਉਹ ਇੱਕ ਥਾਂ ਤੇ ਇਕੱਠੀ ਕੀਤੀ ਜਾਵੇ, ਪਠਹਿ ਸੁਨਹਿ ਸਿੱਖ ਸੁਖ ਲਹੈ, ਤਾਂ ਕਿ ਆਉਣ ਵਾਲੀਆਂ ਸਿੱਖ ਨਸਲਾਂ ਜਿਹੜੀਆਂ ਉਹ ਪੜ੍ਹਨੇ ਗੁਰਬਾਣੀ ਨੂੰ, ਪੜ੍ਹ ਕੇ ਸੁਣ ਕੇ ਗੁਰਬਾਣੀ ਨੂੰ ਤੇ ਸੁਖ ਪ੍ਰਾਪਤ ਕਰਿਆ ਕਰਨ। ਕਿਉਂਕਿ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਂ ਦਾ ਨਾਸ਼ ਕਰਨ ਵਾਲੀ ਇਹ ਗੁਰਬਾਣੀ ਹੈ, ਇੱਕ ਥਾਂ ਤੇ ਇਕੱਠੀ ਕੀਤੀ ਜਾਵੇ। ਮਹਾਰਾਜ ਕਹਿੰਦੇ ਤਾਂ ਕਿ ਸਿੱਖ ਪੜ੍ਹ ਸੁਣ ਕੇ ਸੁਖ ਪ੍ਰਾਪਤ ਕਰਿਆ ਕਰਨ। ਸਿੱਖੀ ਥਿਰ ਥੀਜੈ ਕਿ ਇਹਨਾਂ ਸਿੱਖਾਂ ਦੇ ਹਿਰਦੇ ਵਿੱਚ ਗੁਰਮਤਿ ਆਵੇ, ਸਿੱਖੀ ਟਿਕ ਜਾਵੇਗੀ। ਇੱਕ ਦਿਨ ਬੈਠੇ ਗੁਰੂ ਜੀ ਤੋ ਵਿਚਾਰ ਕੇ ਸੱਚੇ ਪਾਤਸ਼ਾਹ ਇੱਕ ਦਿਨ ਇਸ ਤਰ੍ਹਾਂ ਹੀ ਸਭਾ ਵਿੱਚ ਦੀਵਾਨ ਵਿੱਚ ਬੈਠੇ ਹੋਏ, ਬਹੁ ਸਭਾ ਲਗਾਏ, ਬੜੀ ਸਭਾ ਲੱਗੀ ਹੋਈ, ਦੂਰੋਂ ਨੇੜਿਓਂ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ। ਉਪਦੇਸ਼ਤ ਸਤਨਾਮ ਕੋ ਤੇ ਜਿਹੜਾ ਵੀ ਆਉਂਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਸਭ ਦੀ ਸੁੱਖ ਸ਼ਾਂਤੀ ਵਾਸਤੇ ਮਹਾਰਾਜ ਨਾਮ ਦਾ, ਵਾਹਿਗੁਰੂ ਜਪਣ ਦਾ ਉਪਦੇਸ਼ ਸਿੱਖਿਆ ਸਭ ਸੰਗਤਾਂ ਨੂੰ ਦੇ ਦੇ ਕੇ ਨਿਹਾਲ ਕਰੀ ਜਾਂਦੇ ਆ। ਚਖ ਕਰਨਾ ਛਾਏ ਤੇ ਮਹਾਰਾਜ ਦੇ ਨੇਤਰਾਂ ਵਿੱਚ ਸਦਾ ਕਿਰਪਾ ਡੁੱਲਦੀ ਹੈ, ਜਿੱਧਰ ਵੇਖਦੇ ਆ ਉਸੇ ਪ੍ਰਾਣੀ ਨੂੰ ਨਿਹਾਲ ਕਰ ਦਿੰਦੇ ਹਨ। ਇੱਕ ਸਿੱਖ ਬੋਲਿਓ ਜੋਰ ਕਰ, ਇਸ ਤਰ੍ਹਾਂ ਸਭਾ ਸਜੀ ਹੋਈ ਸੀ, ਕਵੀ ਜੀ ਕਹਿੰਦੇ, ਤੇ ਮਹਾਰਾਜ ਦੀ ਸਜੀ ਸਭਾ ਵਿੱਚ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ, ਮਹਾਰਾਜ ਤੋਂ ਸਿੱਖਿਆ ਸੁਣਦੀਆਂ। ਸਭਾ ਦੇ ਵਿੱਚ ਇੱਕ ਸਿੱਖ ਬੈਠਾ ਹੋਇਆ, ਉਹਨੇ ਹੱਥ ਜੋੜ ਕੇ ਖੜੇ ਹੋ ਮਹਾਰਾਜ ਨੂੰ ਬੇਨਤੀ ਕੀਤੀ। ਗੁਰ ਜੀ ਸੁਣ ਲੀਜੈ, ਆਖਿਆ ਸੱਚੇ ਪਾਤਸ਼ਾਹ ਇਸ ਨਿਮਾਣੇ ਸਿੱਖ ਦੀ ਇੱਕ ਬੇਨਤੀ ਹੈ, ਮਹਾਰਾਜ ਆਪ ਸੁਣੋ। ਪ੍ਰਿਥਿਆ ਆਦਿਕ ਅਪਰ ਬਹੁ, ਵੀ ਮਹਾਰਾਜ ਤੁਹਾਡੇ ਭਰਾ ਪ੍ਰਿਥੀ ਚੰਦ, ਉਹਨਾਂ ਦੇ ਪੁੱਤਰ ਮਿਹਰਵਾਨ ਤੇ ਹੋਰ ਬੜੇ ਦੂਜੇ ਤੀਜੇ ਜਿਹੜੇ ਗੁਰੂ ਬਣਦੇ ਆ, ਤਿੰਨ ਕਰਮ ਲਖੀਜੈ, ਉਹਨਾਂ ਦੇ ਕਰਮਾਂ ਨੂੰ ਕੰਮਾਂ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਨਾ। ਮਹਾਰਾਜ ਪ੍ਰਿਥੀ ਚੰਦ ਕਿਹੋ ਜਿਹਾ, ਉਹਦਾ ਪੁੱਤਰ ਮਿਹਰਵਾਨ ਕਿਹੋ ਜਿਹਾ, ਮਹਾਰਾਜ ਤੁਸੀਂ ਸਾਰਿਆਂ ਦੇ ਜਿਹੜੇ ਕਰਮ ਹੈ ਵੀ ਕਿਹੋ ਜਿਹੀਆਂ ਚਾਲਾਂ ਚੱਲਣ ਵਾਲੇ ਲੋਕ ਹੈ,
ਚੰਗੀ ਤਰ੍ਹਾਂ ਜਾਣਦੇ ਹੋ। ਆਪ ਬਨਾਵਤ ਸ਼ਬਦ ਕੋ। ਉਹ ਮਹਾਰਾਜ ਆਪ ਹੀ ਸ਼ਬਦ ਬਣਾਈ ਜਾਂਦੇ ਬੈਠੇ ਵਿਹਲੇ, ਤੇ ਆਪਦੇ ਆਪ ਨੂੰ ਗੁਰੂ ਸਿੱਧ ਕਰਨ ਵਾਸਤੇ ਸ਼ਬਦ ਉਚਾਰੀ ਜਾਂਦੇ, ਬਾਣੀ ਬਣਾਈ ਜਾਂਦੇ ਆ। ਨਿਜ ਬੁੱਧ ਅਨੁਸਾਰੀ। ਜਿਹੋ ਜੀ ਉਹਨਾਂ ਦੀ ਬੁੱਧ ਹੈ ਉਹੋ ਜਿਹੇ ਸ਼ਬਦ ਬਣਾ ਲੋਕਾਂ ਨੂੰ ਕਹਿੰਦੇ ਅਸੀਂ ਪੂਰੇ ਗੁਰੂ ਤੇ ਸਾਡੀ ਗੁਰਬਾਣੀ ਪੜ੍ਹਿਆ ਕਰੋ। ਸ਼੍ਰੀ ਨਾਨਕ ਕੋ ਨਾਮ ਸ਼ੁਭ। ਤੇ ਮਗਰਲੇ ਪਾਸੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਹੜਾ ਨਾਮ ਹੈ ਨਾ, ਸਭ ਦੀ ਕਲਿਆਣ ਕਰਨ ਵਾਲਾ ਸ੍ਰੇਸ਼ਟ, ਧਰ ਦੇਤ ਮਝਾਰੀ। ਉਹਦੇ ਵਿੱਚ ਰੱਖ ਦਿੰਦੇ ਵੀ ਮਗਰੋਂ ਜਿਵੇਂ ਉਹ ਇਹ ਵੀ ਇਹਨਾਂ ਦੇ ਬਣਾਏ ਹੋ ਨਾ ਕੱਚੀ ਬਾਣੀ ਵਿੱਚ ਕਿ ਆਪ ਦੀਆ ਸੋ ਦੂਧ ਬਰਾਬਰ ਮੰਗ ਲਿਆ, ਸੋ ਪਾਣੀ ਝਗੜ ਲਿਆ, ਸੋ ਰਕਤ ਬਰਾਬਰ ਕਹੋ ਨਾਨਕ ਨਿਰਬਾਣੀ, ਜਾਇਆ ਕਾ ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ। ਇਹ ਸਾਰੇ ਸ਼ਬਦ ਖਾਲਸਾ ਜੀ ਜਿਹੜੇ ਆ ਨਾ, ਇਹ ਪ੍ਰਿਥੀ ਚੰਦ ਵੇਲੇ ਹੋਂਦ ਚ ਆਏ ਸੀਗੇ। ਮਿਹਰਬਾਨ ਵਰਗੇ ਬੜੀ ਜਾਂ ਹੋਰ ਵੀ ਦੂਜੇ ਤੀਜੇ ਬੜੀ ਬਾਣੀ ਉਚਾਰਨ ਲੱਗ ਪਏ ਸੀ, ਕਿਉਂਕਿ ਬਾਣੀ ਦਾ ਸਤਿਕਾਰ ਵਧਣ ਲੱਗ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ। ਸਭ ਸੰਗਤਾਂ ਦੇ ਵਿੱਚ ਜਿਵੇਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਬੜੀ ਪ੍ਰਚਲਿਤ, ਆਸਾ ਦੀ ਵਾਰ ਉਹ ਗਾਉਂਦੀਆਂ ਸੰਗਤਾਂ ਸਭ ਵੇਖਦੇ। ਜਿਹੜੇ ਲੋਕ ਆਪਦੀ ਪੂਜਾ ਪ੍ਰਤਿਸ਼ਠਾ ਦੀ ਇੱਛਾ ਰੱਖਦੇ ਸਨ ਨਾ ਵੀ ਸਾਨੂੰ ਲੋਕ ਗੁਰੂ ਮੰਨਣ, ਕੱਲਾ ਪ੍ਰਿਥੀ ਚੰਦ ਨਹੀਂ ਸੀ, ਬੜੇ ਸੀਗੇ ਆਪਦੇ ਪੈਰਾਂ ਨੂੰ ਹੱਥ ਲਵਾਉਣ ਵਾਲੇ ਹੁਣ ਵਾਂਗੂ। ਉਹ ਸਾਰੇ ਫਿਰ ਬਾਣੀ ਉਚਾਰਨ ਲੱਗ ਪਏ ਸੀ, ਕੋਈ ਕਿਧਰੋਂ ਟੰਗ ਫੜ ਲੈਣੀ, ਕਿਉਂਕਿ ਇਹ ਤਾਂ ਧੁਰ ਕੀ ਬਾਣੀ ਹੈ ਨਾ। ਉਹ ਆਪਦੇ ਆਪ ਨੂੰ ਗੁਰੂ ਸਿੱਧ ਕਰਨ ਵਾਸਤੇ ਆਪਦੀ ਬਾਣੀ ਉਚਾਰਨ ਲੱਗ ਪਏ ਸੀ। ਜਿਵੇਂ ਪ੍ਰਿਥੀ ਚੰਦ ਨੇ ਬਹੁਤ ਬਾਣੀ ਰਲ ਗੱਡ ਕਰਨ ਵਾਸਤੇ ਚਾਹੀ ਵੀ ਬਾਣੀ ਰਲ ਜਾਵੇ ਜਾਂ ਮੇਰੇ ਸ਼ਬਦ ਸਿੱਖ ਪੜ੍ਹਿਆ ਕਰਨ। ਉਹਦਾ ਪੁੱਤਰ ਜਿਹੜਾ ਮਿਹਰਬਾਨ ਸੀ, ਬੜਾ ਗੁਣੀ ਗਿਆਨੀ ਸੀ, ਉਹ ਵੀ ਐਨ ਤੁਕਾਂ ਨਾਲ ਤੁਕਾਂ ਰਲਾ ਕੇ ਗੁਰਬਾਣੀ, ਆਪਦੀ ਗੁਰਬਾਣੀ ਨਹੀਂ ਕਹਿ ਸਕਦੇ, ਬਾਣੀ ਕੱਚੀ ਬਾਣੀ ਉਚਾਰਨ ਲੱਗ ਪਏ ਸਨ ਬੜੇ ਲੋਕ। ਤੋ ਇਸ ਤਰ੍ਹਾਂ ਉਹ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਵੀ ਦੂਜੇ ਤੀਜੇ ਪ੍ਰਿਥੀ ਚੰਦ ਤੋਂ ਇਲਾਵਾ ਬੜੇ ਜਿਹੜੇ ਹੈ ਉਹ ਆਪਦੀ ਕੱਚੀ ਬਾਣੀ ਉਚਾਰਨ ਲੱਗ ਪਏ ਹੈ, ਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲਿਖ ਦਿੰਦੇ ਵੀ ਆਪੇ ਇਉਂ ਲੱਗੇ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੋਂ ਉਚਾਰੀ ਗਈ ਬਾਣੀ ਹੈ। ਮੋਹਰ ਮਹਾਰਾਜ ਦੇ ਨਾਮ ਦੀ ਰੱਖ ਦਿੰਦੇ ਵਿੱਚ। ਕੋਈ ਸਕੈ ਪਛਾਣ ਕਰ। ਤੇ ਕੋਈ ਜਿਹੜਾ ਸਿਆਣਾ ਸਿੱਖ ਤਾਂ ਪਛਾਣ ਕਰ ਲੈਂਦਾ ਵੀ ਇਹ ਮਹਾਰਾਜ ਦੀ ਬਾਣੀ ਨਹੀਂ। ਕੋ ਸਕੈ ਨਾ ਜਾਣੀ। ਤੇ ਭਲੇ ਮਾਨਸ ਮਹਾਰਾਜ ਕੋ ਸੂਧੇ ਸਿੱਖ ਜਿਹੜੇ ਐ ਉਹ ਵਿਚਾਰੇ ਨਹੀਂ ਪਛਾਣ ਸਕਣਗੇ, ਨਾ ਸਕਦੇ ਐ। ਅਪਲ ਮਤੀ ਐਸ਼ਾ ਗੁਰੂ। ਆਛਾ ਗੁਰੂ ਅਲਪ ਮਹਾਰਾਜ ਉਹ ਜਿਹੜੇ ਪ੍ਰਿਥੀ ਚੰਦ ਵਰਗੇ ਜਾਂ ਹੋਰ ਦੂਜੇ ਤੀਜੇ ਐ ਗੁਰੂ ਬਣਨ ਦੀ ਇੱਛਾ ਰੱਖਦੇ ਐ, ਅਲਪਮਤੀ ਹੈ, ਥੋੜ੍ਹੀ ਮੱਤ ਵਾਲੇ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਜਿਹੜਾ ਅਸਲੀ ਸਿਧਾਂਤ ਹੈ, ਕਿਮ ਸਕਹਿ ਬਖਾਨੀ। ਉਹ ਮਹਾਰਾਜ ਕਿਵੇਂ ਸੰਗਤਾਂ ਨੂੰ ਕਹਿ ਸਕਦੇ ਆ ਵੀ ਜਦੋਂ ਜਿਹੋ ਜੀ ਆਪਦੇ ਮਨ ਵਿੱਚ ਕੂੜਾ ਭਰਿਆ ਮਹਾਰਾਜ ਉਹੋ ਜੀ ਬਾਣੀ ਕੱਚੀ ਉਚਾਰਦੇ ਆ। ਤੇ ਇਸ ਤਰ੍ਹਾਂ ਤਾਂ ਮਹਾਰਾਜ ਪਾਪ ਫੈਲੇਗਾ, ਜੀਵਾਂ ਦਾ ਬਹੁਤ ਨੁਕਸਾਨ ਹੋਵੇਗਾ। ਮਹਾਰਾਜ ਇਹੋ ਜੀ ਬਾਣੀ ਪੜ੍ਹ ਕੇ ਕਿਹਨੂੰ ਕਲਿਆਣ ਮਿਲਣੀ ਹੈ। ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜ੍ਹੀ ਮੱਤ ਵਾਲੇ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਨੂੰ ਕਿਵੇਂ ਸ਼ਬਦਾਂ ਵਿੱਚ ਬਿਆਨ ਕਰ ਸਕਦੇ ਆ, ਕਿਉਂਕਿ ਨਹੀਂ ਕਰ ਸਕਦੇ। ਉਹਨਾਂ ਦੇ ਪਾਸ ਉਹ ਸੱਚ ਨਹੀਂ, ਗਿਆਨ ਨਹੀਂ ਜੋ ਤੁਹਾਡੇ ਹਿਰਦੇ ਵਿੱਚ ਹੈ। ਰਲ ਜਾ ਹੈ ਇਮ ਸਕਲ ਹੀ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੀ ਬਾਣੀ ਤੇ ਕੱਚਿਆਂ ਪਿੱਲਿਆਂ ਦੀ ਸਾਰੀ ਬਾਣੀ ਰਲ ਮਿਲ ਜਾਵੇਗੀ। ਗੁਰਮਤ ਬਿਗੜੈ ਹੈ। ਤੇ ਗੁਰਮਤ ਜਿਹੜੀ ਗੁਰੂ ਕੀ ਮੱਤ ਤਾਂ ਵਿਗੜ ਜਾਣੀ ਹੈ। ਵੀ ਗੁਰੂ ਕੀ ਮੱਤ ਨਰੋਲ ਤਾਂ ਨਹੀਂ ਨਾ ਕਿਸੇ ਦੇ ਪਾਸ ਆਉਣੀ। ਜਦੋਂ ਬਾਣੀ ਦੋ ਪਾਸਿਓਂ ਰਲ ਗੱਡ ਹੋ ਗਈ, ਕੱਚੀ ਬਾਣੀ ਰਲ ਗਈ ਮਹਾਰਾਜ ਤੁਹਾਡੀ ਇਲਾਹੀ ਬਾਣੀ ਵਿੱਚ, ਤੇ ਮਹਾਰਾਜ ਗੁਰੂ ਕੀ ਮੱਤ ਕਿਸੇ ਤੱਕ ਪਹੁੰਚਣੀ ਨਹੀਂ, ਵਿਗੜ ਜਾਵੇਗੀ। ਕੋ ਕਿਸ ਬਿਦ ਕੋ ਕਿਸੂ ਬਿਦ। ਕੋਈ ਮਹਾਰਾਜ ਕਿਵੇਂ ਪੜ੍ਹਿਆ ਕਰੇਗਾ ਗੁਰਬਾਣੀ ਨੂੰ ਜਿੱਧਰ ਨੂੰ ਜੀ ਕੀਤਾ, ਤੇ ਕੋਈ ਕਿਵੇਂ ਪੜ੍ਹਦਾ ਰਹੇਗਾ। ਬਾਣੀ ਉਚਰਾ ਹੈ। ਤੇ ਜਾਂ ਕੋਈ ਕਿਵੇਂ ਜਿੱਧਰ ਨੂੰ ਜੀ ਕਰਦਾ ਬਾਣੀ ਉਚਾਰੀ ਜਾਂਦਾ, ਮਹਾਰਾਜ ਕੋਈ ਕਿਵੇਂ ਉਚਾਰੀ ਜਾਂਦਾ ਹੈ। ਤੇ ਜਿਵੇਂ ਵੱਖੋ ਵੱਖਰੇ ਭੇਦ ਪੈ ਜਾਣਗੇ, ਤੇ ਅਗਾਂਹ ਮਹਾਰਾਜ ਜੀ ਜਦੋਂ ਸਿੱਖ ਗੁਰਬਾਣੀ ਪੜ੍ਹਿਆ ਕਰਨਗੇ ਉਦੋਂ ਕੋਈ ਕਿਵੇਂ ਪੜ੍ਹਿਆ ਕਰੇਗਾ ਤੇ ਕੋਈ ਕਿਸ ਤਰ੍ਹਾਂ, ਕਿਉਂਕਿ ਇੱਕ ਨਾਲ ਇੱਕ ਰਲਣੀ ਨਹੀਂ। ਕੋਈ ਕਿਸੇ ਨੇ ਕਿਵੇਂ ਉਚਾਰੀ ਹੋਊਗੀ, ਕੋਈ ਕਿਵੇਂ ਪੜ੍ਹੀ ਜਾਂਦਾ। ਤੋ ਇਸ ਤਰ੍ਹਾਂ ਮਹਾਰਾਜ ਜੀ ਹੋ ਸਕਦਾ ਹੈ। ਕਰੋ ਜਤਨ ਅਸ ਮਿਲੈ ਨਹਿ। ਮਹਾਰਾਜ ਕੋਈ ਇਹੋ ਜਿਹਾ ਯਤਨ ਕਰੋ ਪਾਤਸ਼ਾਹ ਵੀ ਇਹ ਮਿਲ ਨਾ ਸਕੇ, ਕੱਚੀ ਬਾਣੀ ਤੁਹਾਡੀ ਇਲਾਹੀ ਗੁਰਬਾਣੀ ਵਿੱਚ ਨਾ ਮਿਲ ਸਕੇ, ਰਲ ਸਕੇ। ਸੁੰਦਰ ਗੁਰਬਾਣੀ। ਕਿਉਂਕਿ ਆਪ ਕੀ ਬਾਣੀ ਤਾਂ ਇਲਾਹੀ ਧੁਰ ਕੀ ਬਾਣੀ ਹੈ, ਸਾਰਿਆਂ ਤੋਂ ਸੁੰਦਰ ਤੇ ਸੱਚੀ ਸੁੱਚੀ। ਸੁਣ ਇੱਕ ਸਿੱਖ ਬੋਲਿਓ। ਤੇ ਸੁਣ ਕੇ ਨਾ ਸਾਧ ਸੰਗ ਜੀ ਇੱਕ ਸਿੱਖ ਹੋਰ ਬੋਲਿਆ ਹੈ। ਬਹੁਰ ਦੇਹੋ ਸੰਸਾ ਹਾਣੀ। ਮਹਾਰਾਜ ਜੀ ਮੇਰੇ ਮਨ ਵਿੱਚ ਵੀ ਇੱਕ ਸੰਸਾ ਪਿਆ ਹੋਇਆ ਗੁਰਬਾਣੀ ਦੇ ਪਰਥਾਏ।
ਬਹੁਰ ਦਿਓ ਸੰਸੈ ਹਾਨੀ। ਮਹਾਰਾਜ ਜੀ ਇੱਕ ਸੁਣ ਇੱਕ ਸੁਖ ਬੋਲਿਓ, ਇਥੇ ਵਿਸ਼ਰਾਮ ਤੇ ਅਰਥਾਂ ਵਾਸਤੇ ਬਹੁਰ ਤੇ। ਤੋ ਜਦੋਂ ਇਹ ਸਿੱਖ ਅਜੇ ਬੋਲਦਾ ਬੋਲਦਾ ਚੁੱਪ ਕੀਤਾ ਤੇ ਬੌੜੋ ਇੱਕ ਸਿੱਖ ਹੋਰ ਬੋਲਿਆ ਇਹ ਬੇਨਤੀ ਕਰਨ ਤੋਂ ਬਾਅਦ। ਕਹਿੰਦਾ ਸੱਚੇ ਪਾਤਸ਼ਾਹ ਮੇਰੀ ਵੀ ਇੱਕ ਬੇਨਤੀ ਹੈ ਵੀ ਮੇਰੇ ਮਨ ਵਿੱਚ ਮਹਾਰਾਜ ਇੱਕ ਗੁਰਬਾਣੀ ਦੇ ਪ੍ਰਥਾਏ ਇੱਕ ਸੰਸਾ ਪਿਆ ਹੋਇਆ, ਕਿਰਪਾ ਕਰਕੇ ਨਾਸ਼ ਕਰੋ। ਬਾਣੀ ਕੱਚੀ ਗੁਰ ਬਿਨਾ। ਵੀ ਗੁਰੂ ਤੋਂ ਬਿਨਾਂ ਜਿਹੜੀ ਬਾਣੀ ਉਹ ਕੱਚੀ ਹੈ, ਵੀ ਕੋਈ ਵੀ ਬਾਣੀ ਜਿਹੜੀ ਗੁਰੂ ਦੇ ਮੁਖ ਤੋਂ ਨਹੀਂ ਉਚਰੀ ਉਹ ਕੱਚੀ ਬਾਣੀ ਹੈ। ਗੁਰ ਅਮਰ ਬਖਾਨੀ। ਇਹ ਗੱਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਮਹਾਰਾਜ ਜੀਆਂ ਨੇ ਆਪਣੇ ਆਨੰਦ ਸਾਹਿਬ ਬਾਣੀ ਵਿੱਚ ਆਖੀ ਹੈ। ਕਿਮ ਸਮਝੈ ਸਿੱਖ ਤਿਸੀ ਕੋ। ਤੇ ਮਹਾਰਾਜ ਫਿਰ ਉਹ ਸਿੱਖ ਕਿਵੇਂ ਸਮਝਿਆ ਕਰਨਗੇ ਵੀ ਗੁਰੂ ਦੇ ਮੁਖੋਂ ਨਿਕਲੀ ਹੋਈ ਬਾਣੀ ਕਿਹੜੀ ਹੈ ਤੇ ਦੂਜੀ ਬਾਣੀ ਕਿਹੜੀ ਹੈ, ਵੀ ਇਹਦੀ ਪਰਖ ਕਿਵੇਂ ਕਰਾਂਗੇ। ਵੀ ਗੁਰੂ ਤੋਂ ਬਿਨਾਂ ਬਾਣੀ ਕੱਚੀ, ਸਤਿਗੁਰੂ ਬਾਝਾ ਹੋਰ ਕੱਚੀ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਾ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀਆਂ ਆਖ ਵਖਾਣੀ। ਤੋ ਮਹਾਰਾਜ ਬਾਣੀ ਦਾ ਪੱਕੀ ਜਾਂ ਸੱਚੀ ਬਾਣੀ ਗੁਰੂ ਕੀ ਹੈ, ਗੁਰੂ ਤੋਂ ਬਿਨਾਂ ਬਾਕੀ ਬਾਣੀ ਕੱਚੀ ਪਿੱਲੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਇਹ ਦੱਸੋ ਵੀ ਸਿੱਖਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਮਹਾਰਾਜ ਦੀ ਬਾਣੀ ਆ ਜਿਹੜੀ ਹੈ ਤੇ ਇਹੀ ਅਸਲੀ ਹੈ, ਆਹ ਬਾਣੀ ਕੱਚੀ ਹੈ, ਆਹ ਬਾਣੀ ਧੁਰਕੀ ਹੈ। ਇਸ ਗੱਲ ਦਾ ਮੇਰੇ ਮਨ ਵਿੱਚ ਸੰਸਾ ਹੈ। ਸੁਨ ਪਟਹਿ ਸੋ ਜਾਣੀ। ਤੇ ਜਿਹੜੇ ਸਿਆਣੇ ਆ ਮਾਰੋ ਉਹ ਤਾਂ ਸੁਣ ਲੈਣਗੇ, ਪੜ੍ਹ ਵੀ ਲੈਣ ਕਰਨਗੇ, ਜਾਂ ਕੋਈ ਇਹੋ ਜਿਹਾ ਸੰਸਾ ਮੇਰਾ ਨਿਵਰਤ ਕਰੋ ਤਾਂ ਕਿ ਪੜ੍ਹ ਸੁਣ ਕੇ ਸ਼੍ਰੇਸ਼ਟ ਜਾਣ ਲਈਏ ਇਹ ਗੱਲ, ਤੇ ਇਹ ਪਤਾ ਲੱਗ ਸਕੇ ਵੀ ਕੱਚੀ ਬਾਣੀ ਕਿਹੜੀ ਕਿ ਗੁਰੂ ਕੀ ਕਿਹੜੀ ਹੈ। ਸਿੱਖ ਗੁਰਦਾਸ ਜੇ ਆਦ ਹੈ। ਕਿਉਂਕਿ ਮਹਾਰਾਜ ਫਿਰ ਦੱਸੋ ਵੀ ਜੇ ਗੁਰੂ ਤੋਂ ਬਿਨਾਂ ਦੂਜੀ ਬਾਣੀ ਕੱਚੀ ਹੈ, ਭਾਈ ਗੁਰਦਾਸ ਜੀ ਵਰਗੇ ਜਿਹੜੇ ਸਿੱਖ ਹਨ ਜਿਨ ਗਿਰਾ ਬਣਾਈ, ਉਹਨਾਂ ਨੇ ਵੀ ਬਾਣੀ ਬਣਾਈ ਹੋਈ ਹੈ, ਵਾਰਾਂ ਮਹਾਰਾਜ ਰਚੀਆਂ ਨੇ, ਉਹਨਾਂ ਕਬਿੱਤ ਤੇ ਸਵਈਏ ਬਣਾਏ ਹੋਏ ਹਨ। ਸਤਿਗੁਰ ਕੋ ਜਸ ਜਿਸ ਵਿਖੈ। ਜਿਸ ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ, ਕਿਉਂਕਿ ਭਾਈ ਗੁਰਦਾਸ ਜੀ ਵੀ ਸਭਾ 'ਚ ਬੈਠੇ ਹੋਏ ਸੀ, ਮਹਾਰਾਜ ਭਾਈ ਗੁਰਦਾਸ ਜੀ ਜਿਹੜੇ ਸਜੇ ਹੋਏ ਆ ਇਹਨਾਂ ਨੇ ਵੀ ਬਾਣੀ ਬੜੀ ਬਣਾਈ ਉਚਾਰੀ, ਕਿਉਂਕਿ 2 ਕਬਿੱਤ ਤਾਂ ਕੱਲ੍ਹ ਹੀ ਉਚਾਰੇ ਆ। ਤੋ ਮਹਾਰਾਜ ਜੀ ਜਿਹੜੀ ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ ਜਿਹਦੇ ਵਿੱਚ ਤੁਹਾਡਾ ਘਰ ਦਾ ਬੜੀ ਵਡਿਆਈ ਜਸ ਲਿਖਿਆ ਹੈ, ਗੁਰਮਤੀ ਦ੍ਰਿੜਾਈ। ਤੇ ਗੁਰੂ ਦੀ ਮੱਤ ਦ੍ਰਿੜਾਈ ਹੋਈ ਹੈ, ਵੀ ਗੁਰੂ ਦੀ ਮੱਤ ਬਾਰੇ ਪੱਕਾ ਕੀਤਾ ਸਿੱਖਾਂ ਨੂੰ। ਪਰਮੇਸ਼ਰ ਸੰਬੰਧਨੀ। ਜਾਂ ਹੋਰ ਜਿਹੜੇ ਪਰਮੇਸ਼ਰ ਦੀ ਸੰਗ ਭਲੀ ਪ੍ਰਕਾਰ ਬੰਧਣੀ, ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਬੰਨਣ ਵਾਲੀ ਕੋਈ ਬਾਣੀ ਹੈ। ਅਰ ਜੇ ਅਵਤਾਰਾ। ਇਸ ਤੋਂ ਇਲਾਵਾ ਮਹਾਰਾਜ ਦੀ ਜਿਹੜੀ ਹੋਰ ਅਵਤਾਰਾਂ ਦੀ ਕਥਾ ਜਾਂ ਕੋਈ ਕਿਸੇ ਅਵਤਾਰ ਦੀ ਸ਼ੋਭਾ ਅਵਤਾਰਾਂ ਬਾਬਤ ਲਿਖੀ ਹੈ। ਕਰੀ ਇਨਹੁ ਕੀ ਜਿਨ ਕਥਾ। ਤੇ ਇਹਨਾਂ ਗ੍ਰੰਥਾਂ ਦੀ ਕਥਾ ਜਿਹੜੀ ਹੈ, ਭਾਵ ਮਹਾਰਾਜ ਵੀ ਅਵਤਾਰਾਂ ਦੀ ਜਾਂ ਕੋਈ ਹੋਰ ਭਗਤਾਂ ਵਾਸਤੇ ਕੋਈ ਸ਼ੋਭਾ ਜਾਂ ਕਿਸੇ ਦੀ ਸਾਖੀ ਲਿਖੀ ਹੋਈ, ਕਿਸੇ ਦੀ ਕਥਾ ਕਹਾਣੀ, ਅਵਤਾਰਾਂ ਦੀਆਂ ਜਿਹੜੀਆਂ ਕਥਾ ਹਨ ਕਹਾਣੀਆਂ। ਸੰਗਰਾਮ ਅਖਾਰਾ। ਇਸ ਤੋਂ ਇਲਾਵਾ ਯੁੱਧ ਤੇ ਅਖਾੜਿਆਂ ਦੀ ਜਿਹੜੀ ਕਥਾ, ਜੰਗਾਂ ਯੁੱਧਾਂ ਦੀ ਜਿਹੜੀਆਂ ਕਥਾ, ਪੁਰਾਣੇ ਲੋਕਾਂ ਦੇ ਸਮੇਂ ਵੱਡਿਆਂ ਰਾਜਿਆਂ ਦੀ ਜੰਗਾਂ ਦੀ ਕਥਾ ਜਿਹੜੀ ਲਿਖੀ ਹੈ। ਪੜ੍ਹੈ ਸੁਨਹਿ ਸਿੱਖ ਕੈ ਨਹੀਂ। ਮਹਾਰਾਜ ਸੰਸਾ ਨਿਵਰਤ ਕਰੋ ਵੀ ਸਿੱਖੋ ਪੜ੍ਹਿਆ ਕਰਨ ਕੇ ਨਾ। ਭਾਈ ਗੁਰਦਾਸ ਜੀ ਦੀ ਬਾਣੀ ਇੱਕ ਹੋਰ ਮਹਾਰਾਜ ਜਿਹੜੀ ਅਵਤਾਰਾਂ ਦੀਆਂ ਕਥਾ ਆਉਂਦੀਆਂ ਨੇ, ਬੜੇ ਜਿਹੜੇ ਕੋਈ ਜੰਗਾਂ ਯੁੱਧਾਂ ਦੇ ਪ੍ਰਸੰਗ ਲਿਖੇ ਹੋਏ ਹੈ, ਇਹ ਤੁਸੀਂ ਗੁਰੂ ਅਮਰਦਾਸ ਮਹਾਰਾਜ ਰੂਪ 'ਚ ਆਖਿਆ ਵੀ ਸਿੱਖ ਕੱਚੀ ਹੈ ਬਾਣੀ ਗੁਰੂ ਤੋਂ ਬਿਨਾਂ ਸਾਰੀ। ਤੇ ਮਹਾਰਾਜ ਇਹ ਕਿਰਪਾ ਕਰੋ ਵੀ ਫਿਰ ਇਹ ਪੜ੍ਹਿਆ ਕਰੀਏ ਕਿ ਨਾ ਸਿੱਖ ਪੜ੍ਹਿਆ ਕਰਨਾ। ਦੀਜੈ ਉਪਦੇਸ਼ਾ। ਇਹ ਉਪਦੇਸ਼ ਮਹਾਰਾਜ ਮੇਰਾ ਸੰਸਾ ਨਿਵਰਤ ਕਰੋ ਤੇ ਉਪਦੇਸ਼ ਦਿਓ ਸਭ ਸੰਗਤਾਂ ਨੂੰ। ਬੋਲੇ ਕਿਰਪਾ ਨਿਧਾਨ ਗੁਰ। ਤੇ ਕਿਰਪਾ ਦੇ ਖਜ਼ਾਨੇ ਗੁਰੂ ਅਰਜਨ ਪਾਤਸ਼ਾਹ ਜੀ ਬੋਲੇ। ਪੇਖ ਕਟਤ ਕਲੇਸ਼ਾ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਕਲੇਸ਼ ਕੱਟੇ ਜਾਂਦੇ ਐ, ਇਹੋ ਜਿਹੇ ਸਤਿਗੁਰੂ ਫਿਰ ਸਿੱਖਾਂ ਨੂੰ ਸੇਧ ਦੇ ਰਹੇ ਗੁਰਬਾਣੀ ਬਾਬਤ। ਗੁਰਬਾਣੀ ਸਰਬੋਤਮਾ। ਆਖਿਆ ਸਾਧ ਸੰਗਤ ਜੀ ਜਿਹੜੀ ਗੁਰੂ ਕੀ ਬਾਣੀ ਹੈ ਸਾਰਿਆਂ ਤੋਂ ਉੱਤਮ ਹੈ। ਮਹਾਰਾਜ ਦੇ ਮੁਖੋਂ ਨਿਕਲੀ ਹੋਈ ਗੁਰਬਾਣੀ ਜਿਹੜੀ ਹੈ ਨਾ, ਗੁਰੂ ਨਾਨਕ ਪਾਤਸ਼ਾਹ ਦੇ ਤਖਤ ਤੋਂ ਉਚਾਰੀ ਬਾਣੀ ਸਾਰੀਆਂ ਬਾਣੀਆਂ ਤੋਂ ਉੱਤਮ ਹੈ, ਸ਼੍ਰੇਸ਼ਟ ਹੈ। ਨਿਤ ਪ੍ਰਤ ਅਭਿਆਸੈ। ਤੇ ਸਿੱਖ ਰੋਜ਼ ਇਹਦਾ ਅਭਿਆਸ ਕਰੇ। ਇਹ ਗੁਰਬਾਣੀ ਜਿੰਨੀ ਪੜ੍ਹੀ ਜਾਵੇ ਉਨੀ ਥੋੜੀ ਹੈ। ਅਰਥ ਵਿਚਾਰੈ ਦ੍ਰਿੜਾ ਮਨ। ਫਿਰ ਇਹ ਗੁਰਬਾਣੀ ਦੇ ਅਰਥ ਪੜ੍ਹਨੇ ਆ, ਵਿਚਾਰਨੇ ਆ ਤੇ ਮਨ ਵਿੱਚ ਪੱਕੇ ਕਰਨੇ ਆ, ਉਹਨਾਂ ਤੇ ਪਹਿਰਾ ਦੇਣਾ। ਆਗਿਆ ਨਹਿ ਗਰਾਸਾ। ਅਗਿਆਨ ਨਹਿ ਗਰਾਸਾ। ਇਹ ਗੁਰਬਾਣੀ ਜਿਹੜੀ ਹੈ ਇਹ ਜੀ ਆ ਜਿਹੜਾ ਪੜ੍ਹੇਗਾ ਉਹਦੇ ਮਨ ਦਾ ਅਗਿਆਨ ਗਰਾਸ ਖਾ ਜਾਵੇਗੀ, ਅਗਿਆਨ ਨੂੰ ਖਾਵੇਗੀ
ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇਗੀ। ਅੰਮ੍ਰਿਤ ਵੇਲਾ ਉੱਠ ਪਠਹਿ ਅੰਮ੍ਰਿਤ ਵੇਲੇ ਉੱਠੇ ਸਿੱਖ ਤੇ ਇਸ਼ਨਾਨ ਪਾਣੀ ਕਰੇ, ਗੁਰਾਂ ਦੀ ਗੁਰਬਾਣੀ ਪੜ ਲਵੇ ਕਰ ਕੰਠ ਤੇ ਕਨੇਰੇ ਜਿੰਨੀ ਹੋ ਸਕੇ ਗੁਰਬਾਣੀ ਨੂੰ ਕੰਠ ਕਰੇ। ਪੁਰਾਣੇ ਸਾਧ ਸੰਗਤ ਜੀ ਗਿਆਨੀ ਜੀ ਆਖਿਆ ਕਰਦੇ ਸੀ, ਕਹਿੰਦੇ ਮਾਇਆ ਗੰਠ ਤੇ ਗੁਰਬਾਣੀ ਕੰਠ। ਵੀ ਮਾਇਆ ਜਿਹੜੀ ਹੈ ਉਹ ਗੰਠ ਕੇ ਗੰਢ ਬੰਨੀ ਭਾਵ ਇਕੱਠੀ ਕੀਤੀ ਕੰਮ ਆਉਂਦੀ ਹੈ ਜਿਵੇਂ ਲੋਕ ਵਿੱਚ, ਤੇ ਗੁਰਬਾਣੀ ਕੰਠ ਕੀਤੀ ਪਰ ਲੋਕ ਵਿੱਚ ਕੰਮ ਆਉਂਦੀ ਹੈ। ਤੋ ਇਸ ਤਰ੍ਹਾਂ ਕਹਿੰਦੇ ਜਿਵੇਂ ਆਪਣਾ ਮਨ ਦਾ ਸੁਭਾਅ ਹੈ ਨਾ, ਵੀ ਅਸੀਂ ਕਹਿੰਦੇ ਮਾਇਆ ਹੀ ਸਾਰੇ ਕਾਰਜ ਸਾਰਦੀ ਹੈ। ਜੇ ਮਾਇਆ ਜਿਵੇਂ ਮਾਇਆ ਪਰਲੋਕ ਦੇ ਕਾਰਜ ਸਵਾਰਦੀ ਹੈ, ਲੋਕ ਦੇ ਕਾਰਜ ਸਵਾਰਦੀ ਹੈ, ਤੇ ਗੁਰਬਾਣੀ ਖਾਲਸਾ ਜੀ ਪਰਲੋਕ ਦੇ ਕਾਰਜ ਸਵਾਰਨ ਵਾਲੀ ਕੰਠ ਕੀਤੀ ਗੁਰਬਾਣੀ ਜੀਵ ਦੇ ਨਾਲ ਜਾਂਦੀ ਹੈ। ਤੋ ਕਿਉਂਕਿ ਸੰਸਕਾਰ ਨਹੀਂ ਨਾ ਭੁੱਲਦੇ, ਜਿਵੇਂ ਬਣ ਜਾਂਦੇ ਆ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿੰਨੀ ਗੁਰਬਾਣੀ ਪੜ੍ਹੋ ਥੋੜ੍ਹੀ ਹੈ, ਤੇ ਜਿੰਨੀ ਕੰਠ ਕਰੋ ਓਨੀ ਥੋੜ੍ਹੀ ਹੈ। ਸਿੱਖ ਜਿਹੜਾ ਉਹ ਸਾਡਾ ਹੁਕਮ ਮੰਨ ਕੇ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਿਆ ਕਰੇ। ਮਹਾ ਮਹਾਤਮ ਪ੍ਰਾਪਤੀ ਜਿਸ ਬਾਣੀ ਦੇ ਪੜ੍ਹਨ ਨਾਲ, ਕੰਠ ਕਰਨ ਨਾਲ, ਸੁਣਨ ਨਾਲ ਬੜੀ ਪ੍ਰਾਪਤੀ ਜਾਂ ਮਹਾਨ ਮਹਾਤਮ ਮਹੱਤਵ ਦੀ ਪ੍ਰਾਪਤੀ ਹੁੰਦੀ ਹੈ। ਮਨ ਪ੍ਰੇਮ ਵਡੇਰੇ ਤੇ ਮਨ ਵਿੱਚ ਬੜੇ ਪ੍ਰੇਮ ਬਣਦਾ ਹੈ। ਗੁਰਬਾਣੀ ਪੜ੍ਹਨ ਨਾਲ, ਕੰਠ ਕਰਨ ਨਾਲ ਪਰਮੇਸ਼ਰ ਦੇ ਪ੍ਰਥਾਏ ਪ੍ਰੇਮ ਵੱਧਦਾ ਹੈ। ਬਾਣੀ ਅਪਰ ਕਵੀਨ ਕੀ ਤੇ ਬਾਕੀ ਜਿਹੜੀ ਹੋਰ ਕਵੀਆਂ ਦੀ ਉਚਾਰੀ ਲਿਖੀ ਹੋਈ ਬਾਣੀ ਜਿਹੜੀ ਹੈ, ਕੋਈ ਕਵਿਤਾ, ਕੋਈ ਹੋਰ ਦੂਜੇ ਤੀਜੇ ਗ੍ਰੰਥ ਲਿਖੇ ਹਨ, ਮਧਿਅਮ ਸੋ ਜਾਨੋ ਉਹ ਗੁਰਬਾਣੀ ਦੀ ਬਰਾਬਰੀ ਨਹੀਂ ਕਰ ਸਕਦੀ। ਉਹ ਮੱਧਮ ਜਾਨੋ ਭਾਵ ਵੀ ਉਹ ਵਿਚਕਾਰਲਾ ਦਰਜਾ ਜਾਨੋ, ਗੁਰਬਾਣੀ ਦਾ ਮੁਕਾਬਲਾ ਜਾਂ ਬਰਾਬਰੀ ਨਹੀਂ ਕਰਦੀ। ਅਵਤਾਰਨ ਪ੍ਰਭ ਕੋ ਕਥਨ ਜਿਹੜੇ ਪ੍ਰਭੂ ਪਰਮੇਸ਼ਰ ਦਾ ਕਥਨ ਕੀਤਾ ਹੋਇਆ ਅਵਤਾਰਾਂ ਦੀ ਕਥਾ ਕੋਈ ਲਿਖੀ ਕਿਸੇ ਦੇ ਦੁਆਰਾ, ਗੁਣ ਆਦਿਕ ਗਿਆਨੋ ਉਹ ਜਿਹਦੇ ਵਿੱਚ ਗੁਣ ਰੱਖੇ ਹੈ, ਗਿਆਨ ਰੱਖਿਆ ਹੋਇਆ ਹੈ, ਗੁਰਬਾਣੀ ਸੋ ਮਤ ਮਿਲਹਿ ਤੇ ਉਹਦੀ ਜਿਹੜੀ ਬਾਣੀ ਗੁਰੂ ਕੀ ਉਹਦੇ ਨਾਲ ਮਤ ਮਿਲਦੀ ਹੋਵੇ। ਵੀ ਕੋਈ ਅਵਤਾਰਾਂ ਦੀ ਕਥਾ, ਚਾਹੇ ਪਰਮੇਸ਼ਰ ਦੀ ਕੋਈ ਸੋਭਾ ਲਿਖਦਾ ਪਿਆ ਕਵੀ, ਉਹ ਸੋਭਾ ਜਿਹੜੀ ਪਰਮੇਸ਼ਰ ਦੀ ਲਿਖੀ ਹੋਈ ਕਿਸੇ ਕਵੀ ਨੇ ਕਵਿਤਾ ਜਾਂ ਆਪਦੀ ਬਾਣੀ ਕਵੀ ਨੇ ਲਿਖੀ, ਕੋਈ ਵੀ ਛੰਦ ਕਵਿਤ ਸਵਈਏ, ਉਸ ਜਾਂ ਉਸ ਬਾਣੀ ਵਿੱਚ ਗੁਰਬਾਣੀ, ਉਹ ਕਵੀਆਂ ਦੀ ਬਾਣੀ ਦੇ ਵਿੱਚ ਗੁਰਬਾਣੀ ਵਾਂਗੂ ਪਰਮੇਸ਼ਰ ਦੀ ਸੋਭਾ ਕੀਤੀ ਹੋਵੇ, ਜਾਂ ਗੁਰਬਾਣੀ ਦੇ ਨਾਲ ਉਹਦਾ ਮਤ ਮਿਲਦਾ ਹੋਵੇ ਸੱਚੇ ਪਾਤਸ਼ਾਹ ਜੀ ਦੀ ਨਾਲ, ਕਹਿ ਜਸ ਗੁਰ ਕੇਰਾ ਤੇ ਜਾਂ ਗੁਰੂ ਕਾ ਜਸ ਵਡਿਆਈ ਕੀਤੀ ਹੋਵੇ ਕਿਸੇ ਨੇ। ਪਠਹਿ ਸੁਨਹਿ ਸੋ ਭੀ ਸੁਖਦ ਉਹ ਪੜ੍ਹੇ ਸਿੱਖ ਸੁਣੇ ਜ਼ਰੂਰ ਭਾਈ, ਉਹ ਵੀ ਸੁਖ ਦੇਣ ਵਾਲੀ, ਕਿਉਂਕਿ ਮਹਿਮਾ ਤਾਂ ਪਰਮੇਸ਼ਰ ਦੀ ਕੀਤੀ ਹੈ ਨਾ। ਤੋ ਪਰਮੇਸ਼ਰ ਦੀ ਜੇ ਕਿਸੇ ਨੇ ਮਹਿਮਾ ਕੀਤੀ ਹੈ, ਉਹ ਪੜ੍ਹਨੀ ਸੁਣਨੀ ਚਾਹੀਦੀ ਸਿੱਖ ਨੂੰ। ਪੜ੍ਹੋ ਸੁਣੋ ਤੇ ਉਹ ਵੀ ਤੁਹਾਨੂੰ ਸੁਖ ਦੇਵੇਗੀ, ਪਰ ਗੁਰਬਾਣੀ ਜਿੰਨਾ ਫਲ ਨਹੀਂ ਮਿਲੇਗਾ। ਪਰ ਇਹ ਨਹੀਂ ਹੈ ਵੀ ਜਿਹਦੇ ਵਿੱਚ ਪਰਮੇਸ਼ਰ ਦੀ ਸਿਫਤ ਲਿਖੀ ਹੈ ਉਹ ਗੁਰੂ ਕੀ ਬਾਣੀ ਜੇ ਨਹੀਂ ਹੈ, ਆਮ ਕਿਸੇ ਦੀ ਲਿਖੀ ਹੋਈ ਕਵਿਤਾ, ਪਰ ਉਸ ਕਵਿਤਾ ਪੜ੍ਹਨ ਦੇ ਨਾਲ ਸੁਖ ਜ਼ਰੂਰ ਮਿਲਦਾ ਹੈ। ਸਿਮਰਹਿ ਸਭ ਬੇਰਾ ਤੇ ਗੁਰਬਾਣੀ ਨੂੰ ਤਾਂ ਸਭ ਵੇਲੇ ਸਿਮਰਨਾ ਪੜ੍ਹਨਾ ਚਾਹੀਦਾ ਹੈ, ਸੁਬਾਹ ਸ਼ਾਮ ਦੁਪਹਿਰ ਜਦੋਂ ਸਮਾਂ ਬਣੇ। ਬਾਣੀ ਅਪਰ ਅਨੇਕ ਹੈ ਇਸ ਤੋਂ ਇਲਾਵਾ ਮਾਰੇ ਕਹਿੰਦੇ ਸੰਗਤ ਜੀ ਹੋਰ ਬੜਿਆਂ ਤਰ੍ਹਾਂ ਦੀ ਬੜਿਆਂ ਤਰ੍ਹਾਂ ਦੀ ਬਾਣੀ ਬਣਾਈ ਗਈ ਹੈ। ਕੋਈ ਕਵਿਤਾ, ਕੋਈ ਛੰਦਾਬੰਦੀ, ਕਾਵ ਰਚਨਾ, ਕੋਈ ਜਿਹੜਾ ਵਾ ਉਹ ਵਾਰਤਕ ਰੂਪ ਵਿੱਚ ਬੜੀ ਬਾਣੀ ਲਿਖੀ ਹੋਈ ਹੈ, ਬਹੁ ਭਾਂਤ ਕਹਾਣੀ ਜਿਸ ਵਿੱਚ ਬੜੀਆਂ ਤਰ੍ਹਾਂ ਦੀਆਂ ਕਥਾ ਕਹਾਣੀਆਂ ਵੀ ਹੁੰਦੀਆਂ। ਵੀ ਸੰਸਾਰ ਤੇ ਬਾਣੀ ਦੇ ਨਾਲ ਤਾਂ ਗ੍ਰੰਥ ਭਰੇ ਪਏ ਆ, ਮਹਾਰਾਜ ਕਹਿੰਦੇ ਬੜੀ ਲਿਖੀ ਹੁਣ ਤੱਕ। ਸਤਿਗੁਰ ਮਤ ਤੇ ਬਾਹਰੀ ਪਰ ਜਿਹੜੀ ਸਤਿਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਤੋਂ, ਘਰ ਦੀ ਮਤ ਤੋਂ ਬਾਹਰੀ ਹੈ, ਇਹਦੇ ਨਾਲ ਮੇਲ ਨਹੀਂ ਖਾਂਦੀ। ਗਨ ਅਵਗੁਣ ਸਾਣੀ ਉਹ ਸਮੂਹ ਔਗਣਾਂ ਦੇ ਨਾਲ ਸਾਣੀ ਮਿਲੀ ਹੋਈ ਜਾਣਨੀ ਆ। ਵੀ ਉਹ ਜਿਹੜੀ ਬਾਣੀ ਕਿਸੇ ਦੀ ਲਿਖੀ ਹੋਈ, ਜਿਹੜੀ ਜੇ ਤਾਂ ਮਹਾਰਾਜ ਦੀ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਮਹਾਰਾਜ ਕਹਿੰਦੇ ਵੇਖ ਲਿਆ ਕਰੋ, ਵੀ ਜੇ ਤਾਂ ਗੁਰਬਾਣੀ ਨਾਲ ਮੇਲ ਖਾਂਦਾ ਉਹਦਾ ਸਿਧਾਂਤ, ਫਿਰ ਪੜ੍ਹ ਲਓ ਭਾਈ, ਸੁਖ ਦੇਵੇਗੀ। ਕਿਉਂਕਿ ਪਰਮੇਸ਼ਰ ਦੀ ਉਸਤਤ ਗੁਰਬਾਣੀ 'ਚ ਹੈ, ਤੇ ਜੇ ਉਹ ਮਿਲਦੀ ਫਿਰ ਇਹਦਾ ਮਤਲਬ ਉਹਦੇ ਵਿੱਚ ਵੀ ਪਰਮੇਸ਼ਰ ਦੀ ਉਸਤਤ ਹੈ, ਉਹ ਪੜ੍ਹ ਲਓ, ਕੋਈ ਗੱਲ ਨਹੀਂ। ਪਰ ਜੇ ਮਹਾਰਾਜ ਕਹਿੰਦੇ ਵੀ ਗੁਰਬਾਣੀ ਦੇ ਨਾਲ ਉਹਦਾ ਮੇਲ ਨਹੀਂ, ਕੋਈ ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਉਹ ਕੁਝ ਹੋਰ ਆਖਦੀ ਹੈ, ਫਿਰ ਜਾਣ ਲੈਣਾ ਵੀ ਔਗਣਾਂ ਦੇ ਨਾਲ ਮਿਲੀ ਹੋਈ ਕੱਚੀ ਬਾਣੀ ਹੈ। ਸੁਨਹੁ ਨਾ ਪਠਹੁ ਨਾ ਪ੍ਰੇਮ ਕਰ ਉਹਨੂੰ ਨਹੀਂ ਸੁਣਨਾ, ਨਾ ਪੜ੍ਹਨਾ, ਨਾ ਪ੍ਰੇਮ ਕਰਨਾ ਹੈ। ਅਵਗਤੀ ਪਹੁੰਚਾਵੈ ਕਿਉਂਕਿ ਉਹ ਹੇ ਸੁਖੋ ਤੁਹਾਨੂੰ ਇਹੋ ਜਿਹੀ ਜਿਹੜੀ ਕੱਚੀ ਬਾਣੀ, ਕੱਚੇ ਪਿੱਲਿਆਂ ਦੀ ਔਗਣਾਂ ਦੇ ਨਾਲ ਮਿਲੀ ਹੋਈ, ਉਹ ਤੁਹਾਨੂੰ
ਅਵਗਤੀ ਕਈ ਨਰਕਾਂ ਨੂੰ ਜਾਂ ਖੋਟੀ ਗਤ ਨੂੰ ਪਹੁੰਚਾਵੇਗੀ, ਤੁਹਾਡਾ ਅੰਤਲਾ ਸਮਾਂ ਮਾੜਾ ਕਰੇਗੀ, ਪਰਲੋਕ ਵਿੱਚ ਰੋਲ ਕੇ ਰੱਖ ਦੇਵੇਗੀ। ਪਰਚਾ ਕਰਹੁ ਸੋ ਛੇਮ ਕੋ, ਤੇ ਇਸ ਤਰ੍ਹਾਂ ਜਿਹੜਾ ਛੇਮ ਮੁਕਤੀ ਦਾ ਜਿਹੜਾ ਪਰਚਾ ਹੈ, ਜੋ ਦੁਖ ਬਿਨਸਾਵੈ, ਜਿਹੜਾ ਦੁੱਖ ਦਾ ਨਾਸ਼ ਕਰਦਾ ਹੋਵੇ, ਜੋ ਬਾਣੀ ਗੁਰਦਾਸ ਵੀ ਕੀ, ਉਹ ਮਤਲਬ ਕਿ ਪੜ੍ਹਨੀ ਹੈ, ਉਸੇ ਦਾ ਹੀ ਪ੍ਰਚਾਰ ਕਰਨਾ ਹੈ, ਤੇ ਜਿਹੜੀ ਮੁਕਤੀ ਦੇਵੇ ਤੁਹਾਨੂੰ, ਦੁੱਖ ਦਾ ਨਾਸ਼ ਕਰਿਓ, ਗੁਰੂ ਕੀ ਬਾਣੀ ਤੇ ਭਰੋਸਾ ਰੱਖਣਾ। ਬਾਕੀ ਮਹਾਰਾਜ ਕਹਿੰਦੇ ਫਿਰ ਇਹ ਗੁਰਮੁਖਾ, ਜਿਹੜੀ ਤੈਂ ਸਵਾਲ ਕੀਤਾ ਵੀ ਭਾਈ ਗੁਰਦਾਸ ਜੀ ਦੀ ਬਾਣੀ ਵੀ, ਫਿਰ ਕਿਉਂਕਿ ਗੁਰੂ ਤੋਂ ਬਿਨਾਂ ਤਾਂ ਕੱਚੀ ਬਾਣੀ ਹੈ, ਤੇ ਭਾਈ ਗੁਰਦਾਸ ਜੀ ਦੇ ਕਬਿੱਤ ਸਵਈਏ ਵਾਰਾਂ ਦਾ ਉਹਦੇ ਬਾਰੇ ਕੀ ਖਿਆਲ ਹੈ। ਤਾਂ ਮਹਾਰਾਜ ਕਹਿੰਦੇ ਸੁਣ ਭਾਈ ਗੁਰਮੁਖਾ, ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਹੈ, ਗੁਰ ਮਹਿਮਾ ਭਾਰੀ, ਇਸ ਵਿੱਚ ਪਰਮੇਸ਼ਰ ਦੀ ਤੇ ਸਤਿਗੁਰਾਂ ਦੀ ਬਹੁਤ ਮਹਿਮਾ ਕੀਤੀ ਗਈ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਇਸ ਤਰ੍ਹਾਂ ਉਹ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ, ਜਿੱਥੇ ਬਾਬਾ ਪੈਰ ਧਰ ਪੂਜਾ, ਆਸਣ ਥਾਪਣ ਸੋਆ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਤਾਂ ਬੜੀ ਸ਼ੋਭਾ ਗਾਈ ਗਈ ਹੈ ਪਰਮੇਸ਼ਰ ਦੀ, ਸਤਿਗੁਰਾਂ ਦੀ। ਸਿੱਖੀ ਪ੍ਰਾਪਤ ਪਠ ਤੇ ਤੇ, ਇਹਨੂੰ ਪਠੇ ਤੇ ਪੜਨ ਦੇ ਨਾਲ ਤੁਹਾਨੂੰ ਸਿੱਖੀ ਪ੍ਰਾਪਤ ਹੋਇਆ ਕਰੇਗੀ। ਇਮ ਲੇਹੋ ਵਿਚਾਰੀ, ਇਹ ਗੱਲ ਪੱਕੀ ਮਨ ਵਿੱਚ ਵਿਚਾਰ ਲੈਣਾ ਕਰੋ। ਇਮ ਕਹਿ ਲੱਗੇ ਵਿਚਾਰਨੇ, ਤੋ ਇਸ ਤਰ੍ਹਾਂ ਦੀ ਸੰਗਤ ਨੂੰ ਸਿੱਖਿਆ ਦੇ ਕੇ ਮਹਾਰਾਜ ਵਿਚਾਰਨ ਲੱਗ ਪਏ ਆ ਵੀ, ਕਿਉਂਕਿ ਕਈ ਸਾਧ ਸੰਗਤ ਜੀ ਉਹ ਇਹ ਮਹਾਰਾਜ ਦੇ ਉਹ ਸ਼ਬਦ ਦਾ ਆਸਰਾ ਲੈ ਕੇ ਵੀ ਸਤਿਗੁਰੂ ਬਾਅਦ ਜੋ ਹੋਰ ਕੱਚੀ ਹੈ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਤੇ ਕਿੰਤੂ ਕਰਦੇ ਹੈ। ਪਰ ਮਹਾਰਾਜ ਨੇ ਨੂੰ ਆਖਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਹੈ ਭਾਈ ਇਹ, ਪਰ ਇਹਦਾ ਅਰਥ ਇਹ ਨਹੀਂ ਵੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾ ਪੜ੍ਹੀਏ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੇ ਕੋ ਆਖੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਲਈਏ, ਸੰਥਿਆ ਕਰ ਲਈਏ, ਕੁੰਜੀ ਹੈ। ਤੇ ਦੂਸਰੀ ਜਿਹੜੀ ਵੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਸੰਥਿਆ ਦੀ ਲੋੜ ਨਹੀਂ, ਜਿਵੇਂ ਉਹ ਕਿਸੇ ਨੇ ਗੁਰਬਾਣੀ ਦੀ ਸੰਥਿਆ ਤਾਂ ਕੀਤੀ ਨਾ, ਤੇ ਉਹ ਆਖੇ ਮਹਾਰਾਜ ਮੈਨੂੰ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਕਰਾਓ ਗਿਆਨੀ ਜੀ ਨੂੰ। ਤੇ ਉਹ ਗਿਆਨੀ ਜੀ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਵੀ ਸੰਥਿਆ ਕਰ, ਕਹਿੰਦਾ ਨਾ ਮਹਾਰਾਜ ਉਹਦੀ ਲੋੜ ਹੀ ਨਹੀਂ, ਚਾਬੀ ਕੋਲ ਹੋਵੇ ਤੇ ਜਿੰਦਰਾ ਖੁੱਲ੍ਹ ਜਾਂਦਾ। ਤੁਸੀਂ ਵਾਰਾਂ ਦੀ ਸੰਥਿਆ ਕਰਾ ਦਿਓ ਭਾਈ ਗੁਰਦਾਸ ਜੀ ਦੀਆਂ ਦੀ, ਤੇ ਚਾਬੀ ਮਿਲ ਜਾਵੇਗੀ, ਮੈਂ ਜਿੰਦਾ ਆਪੇ ਖੋਲ੍ਹ ਲਾਂਗਾ। ਤੇ ਉਹ ਗਿਆਨੀ ਜੀ ਕਹਿੰਦੇ ਵੀ ਜਿੰਦਰਾ ਦਾ ਤਾਂ ਖੋਲ੍ਹ ਦੇਣਾ ਜੇ ਲਾਇਆ ਹੋਵੇ, ਵੀ ਗੁਰਬਾਣੀ ਪੜ੍ਹ, ਉਹਦੇ ਅਰਥ ਨਹੀਂ ਖੁੱਲ੍ਹਣੇ ਤੇਰੇ ਸੰਥਿਆ ਕਰਨ ਵਾਲਾ। ਜੇ ਸੰਥਿਆ ਕਰ ਲਵੇਂਗਾ ਸਮਝ ਲਾ ਜਿੰਦਰਾ ਤੇਰੇ ਕੋਲ ਲੱਗਿਆ ਲਗਾਇਆ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਕੇ ਅਰਥ ਖੁੱਲ੍ਹ ਜਾਣਗੇ ਤੇਰੇ। ਵੀ ਗੁਰਬਾਣੀ ਭਾਈ ਗੁਰਦਾਸ ਜੀਆਂ ਦੀ ਜਿਹੜੀ ਬਾਣੀ ਹੈ ਉਹ ਚਾਬੀ ਹੈ ਗੁਰਬਾਣੀ ਦੇ ਅਰਥ ਖੋਲ੍ਹਣ ਵਾਸਤੇ। ਤੇ ਮਹਾਂਪੁਰਸ਼ ਕਹਿੰਦੇ ਭਾਈ ਪਹਿਲਾਂ ਜਿੰਦਰਾ ਤਾਂ ਲਾ ਲਾ, ਚਾਬੀ ਇਕੱਲੀ ਕੀ ਕਰੇਗਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ ਦੀ ਸੰਥਿਆ ਜਦੋਂ ਕਰ ਲਵਾਂਗੇ, ਉਹ ਅਰਥ ਤਾਂ ਨਹੀਂ ਖੁੱਲ੍ਹਦੇ ਸੰਥਿਆ ਕਰਨ ਨਾਲ, ਪਰ ਜਿੰਦਰਾ ਲੱਗਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਅਰਥ ਖੁੱਲ੍ਹ ਜਾਣਗੇ। ਉਹ ਜਿੰਦਰਾ ਖੁੱਲ੍ਹਣ ਦੇ ਸਦਰਸ ਆਖਿਆ ਹੋਇਆ। ਤੇ ਇਹਨੂੰ ਐ ਨਹੀਂ ਲੈਣਾ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਲਈਆਂ ਸੰਥਿਆ ਕਰ ਲਓ ਤੇ ਗੁਰਬਾਣੀ ਦੀ ਸੰਥਿਆ ਦੀ ਲੋੜ ਨਹੀਂ। ਗਰੀਬ ਨਵਾਜ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਫਿਰ ਬੜੀ ਮਹਿਮਾ ਸੰਗਤ ਵਿੱਚ ਗਾ ਕੇ ਸੁਣਾਈ। ਫਿਰ ਮਹਾਰਾਜ ਅੱਗੇ ਮਨ ਵਿੱਚ ਬੈਠੇ ਹੋਏ ਕੁਝ ਹੋਰ ਵਿਚਾਰਨ ਲੱਗੇ ਐ। ਜਗ ਕੀ ਕਲਿਆਣਾ, ਵੀ ਮਹਾਰਾਜ ਕਹਿੰਦੇ ਵੀ ਸੰਸਾਰ ਦੀ ਕਲਿਆਣ ਜਿਹੜੀ ਸਦਾ ਹੀ ਹੁੰਦੀ ਰਵੇ, ਵਾਰ-ਵਾਰ ਸੰਸਾਰ ਦੀ ਕਲਿਆਣ ਹੁੰਦੀ ਰਹੇ। ਵਿਖੀ ਭਵਿੱਖਤ ਵਾਰਤਾ, ਤੇ ਮਹਾਰਾਜ ਨੇ ਆਉਣ ਵਾਲੇ ਸਮੇਂ ਦੀ ਵਾਰਤਾ ਸਭ ਦਿਵ ਦ੍ਰਿਸ਼ਟੀ ਨਾਲ ਵੇਖੀ ਜਦ। ਹਮ ਹੋਏ 10 ਥਾਨਾ, ਵੀ ਅਸੀਂ ਅਜੇ 10 ਸਰੀਰਾਂ 'ਚ ਹੋਣਾ, ਭਾਵ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ 10ਵੇਂ ਸਰੂਪ ਤੱਕ ਜਾਣਾ ਹੈ। ਪਾਛੇ ਸਿੱਖੀ ਕਿਮ ਰਹਾ, ਪਰ 10 ਤੋਂ ਵੱਧ ਸਰੂਪ ਅਸੀਂ ਨਹੀਂ ਧਾਰਨ ਕਰਨੇ। ਤੇ 10ਵੇਂ ਜਾਮੇ ਤੋਂ ਬਾਅਦ ਜਦੋਂ ਅਸੀਂ ਸੱਚਖੰਡ ਜਾਵਾਂਗੇ, ਪਿੱਛੋਂ ਸਿੱਖੀ ਕਿਵੇਂ ਕਾਇਮ ਰਹੇਗੀ, ਵੀ ਕਿਵੇਂ ਸਿੱਖੀ ਦਾ ਪ੍ਰਚਾਰ, ਸਿੱਖ ਕਿਹਦੇ ਲੜ ਲੱਗਣਗੇ, ਕਿਹਦੇ ਲੜ ਲਾ ਕੇ ਜਾਵਾਂਗੇ, ਇਹ ਟੇਕਾ ਮਾਥਾ, ਤੇ ਮੱਥਾ ਕਿਹਨੂੰ ਟੇਕਿਆ ਕਰਨਗੇ। ਮਹਾਰਾਜ ਬੈਠੇ ਹੋਏ ਸਭਾ 'ਚ ਵਿਚਾਰ ਰਹੇ ਹੈ ਵੀ 10 ਜਾਮਿਆਂ ਤੋਂ ਬਾਅਦ ਸਿੱਖਾਂ ਨੂੰ ਲੜ ਕਿਹਦੇ ਲਾ ਕੇ ਜਾਣਾ ਹੈ, ਕਿਹਨੂੰ ਸਿੱਖ ਮੱਥਾ ਟੇਕਿਆ ਕਰਨਗੇ, ਕਿਹਦੇ ਅੱਗੇ ਅਰਦਾਸਾਂ ਕਰਨਗੇ। ਸ਼ਬਦ ਨਿਰਾਲੇ ਕਿਮ ਰਹਾ, ਤੇ ਜਿਹੜੀ ਸ਼ਬਦ ਗੁਰਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ, ਇਹ ਕੱਚੀ ਬਾਣੀ ਨਾਲੋਂ ਵੱਖਰੀ ਕਿਵੇਂ ਰਹਿ ਸਕਦੀ ਨਰੋਲ। ਮਿਲਾ ਹੈ ਨਾ ਕਿਹ ਸਾਥਾ, ਤੇ ਕਿਸੇ ਦੇ ਨਾਲ ਨਹੀਂ, ਜਿਹੜੀ ਨਾਲ ਨਾ ਮਿਲੇ,
ਕਿਸੇ ਦੇ ਨਾਲ ਐਨ ਇੱਕ ਰਸ ਅਲੱਗ ਰਹਿ ਜਾਵੇ, ਸਭ ਤੋਂ ਵੱਖਰੀ ਕਿਵੇਂ ਰੱਖੀ ਜਾਵੇ। ਇਮ ਵਿਚਾਰ ਬੋਲੇ ਗੁਰੂ, ਇਸ ਤਰ੍ਹਾਂ ਦੀ ਵਿਚਾਰ ਕਰਕੇ ਸੱਚੇ ਪਾਤਸ਼ਾਹ ਜੀ ਫਿਰ ਬੋਲੇ ਐ। ਤਟ ਨਦੀ ਬਿਪਾਸਾ, ਮਹਾਰਾਜ ਸੰਗਤ ਨੂੰ ਕਹਿੰਦੇ, ਸਿੱਖਾਂ ਨੂੰ, ਗੁਰਮੁਖੋ, ਜਿਹੜਾ ਗੋਇੰਦਵਾਲ ਵਾਹਿਗੁਰੂ ਜਿਹੜੀ ਬਿਆਸਾ ਨਦੀ ਹੈ, ਉਸ ਬਿਆਸਾ ਦਰਿਆ ਦੇ ਕੰਢੇ ਤੇ ਨਗਰੀ ਗੋਇੰਦਵਾਲ ਹੈ, ਇੱਕ ਸੁੰਦਰ ਨਗਰੀ ਗੋਇੰਦਵਾਲ ਹੈ। ਸ੍ਰੀ ਸਤਗੁਰ ਪਾਸਾ, ਬਾਸਾ, ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਵਾਸਾ ਹੈ। ਤਿਸ ਮਹਿ ਮੋਹਨ ਅਬ ਬਸਹਿ, ਉਸ ਗੋਇੰਦਵਾਲ ਸਾਹਿਬ ਦੇ ਪਵਿੱਤਰ ਸਥਾਨ ਤੇ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਵੱਡੇ ਬਾਬਾ ਮੋਹਨ ਜੀ ਵਾਸਾ ਰੱਖਦੇ ਐ। ਬੜ ਮਸਤ ਸੁਭਾਉ, ਜਿਨ੍ਹਾਂ ਦਾ ਸੁਭਾਅ ਬੜਾ ਮਸਤ ਹੈ, ਮੌਲਾ ਹੈ। ਬਾਣੀ ਚਹ ਪਤ ਸ਼ਾਹ ਕੀ, ਤੇ ਜਿਹੜੇ ਚਾਰ ਪਾਤਸ਼ਾਹੀਆਂ ਦੀ ਸਾਡੇ ਤੋਂ ਬਿਨਾਂ ਗੁਰੂ ਰਾਮਦਾਸ ਮਹਾਰਾਜ ਤੋਂ ਆਦ ਗੁਰੂ ਨਾਨਕ ਪਾਤਸ਼ਾਹ ਤੀਕਰ ਚਾਰ ਸਤਿਗੁਰਾਂ ਦੀ ਜਿੰਨੀ ਬਾਣੀ ਉਚਾਰੀ ਗਈ ਹੈ, ਕੀਨਸ ਇੱਕ ਥਾਊ, ਉਹਨਾਂ ਨੇ ਇਕੱਠੀ ਕਰਕੇ ਲਿਖ ਕੇ ਤੇ ਆਪਦੇ ਕੋਲ ਰੱਖੀ ਹੋਈ ਹੈ ਬਾਬਾ ਮੋਹਨ ਜੀਆਂ ਨੇ। ਵੱਡੋ ਪੁੱਤਰ ਗੁਰ ਅਮਰ ਕੋ, ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਨੇ। ਕਿਸ ਕਾਨ ਨ ਠਾਨੇ, ਪਰ ਉਹਨਾਂ ਦਾ ਸੁਭਾਅ ਆ ਵੀ ਉਹ ਕਿਸੇ ਦੀ ਕਾਣ ਘਨੌੜ ਨਹੀਂ ਜੇ ਰੱਖਦੇ, ਉਹ ਪ੍ਰਵਾਹ ਨਹੀਂ ਕਰਦੇ ਕਿਸੇ ਦੀ, ਉਹ ਸਾਡੀ ਵੀ ਪ੍ਰਵਾਹ ਨਹੀਂ ਕਰਦੇ ਥੋੜੇ ਮਾਤਰ ਵੀ। ਸਕਲ ਸ਼ਬਦ ਤਿਸ ਪਾਸ ਤੇ, ਉਹਨਾਂ ਕੋਲ ਸਾਰੇ ਜਿੰਨੇ ਵੀ ਸ਼ਬਦ ਸਤਿਗੁਰਾਂ ਦੀ ਜਿੰਨੀ ਬਾਣੀ ਇਕੱਠੀ ਗੋਇੰਦਵਾਲ ਸਾਹਿਬ ਪੋਥੀਆਂ ਦੇ ਰੂਪ ਵਿੱਚ ਬਾਬਾ ਮੋਹਨ ਜੀ ਪਾਸ ਲਿਖੀ ਹੈ। ਕੋ ਕਿਸ ਵਿਦ ਆਨੈ, ਕੋਈ ਸਿੱਖ ਕਿਸੇ ਤਰੀਕੇ ਨਾਲ ਜੇ ਸਾਡੇ ਕੋਲ ਲੈ ਆਵੇ, ਕੋ ਉਪਾਏ ਕਰ ਪਾਏ ਹਮ, ਤਾਂ ਅਸੀਂ ਕੋਈ ਨਾ ਕੋਈ ਉਪਾਅ ਜ਼ਰੂਰ ਕਰਾਂਗੇ ਵੀ ਜਿਹਦੇ ਕਰਕੇ ਗੁਰਬਾਣੀ ਇਕੱਠੀ ਰਹੇਗੀ ਤੇ ਕਿਸੇ ਕੱਚੇ ਪਿੱਲੇ ਦੇ ਸ਼ਬਦ ਗੁਰਬਾਣੀ ਵਿੱਚ ਰਲਣਗੇ ਨਹੀਂ। ਸਗਰੀ ਗੁਰਬਾਣੀ, ਸਾਰੀ ਨਰੋਲ ਗੁਰਬਾਣੀ ਇੱਕ ਥਾਂ ਤੇ ਇਕੱਠੀ ਕੀਤੀ ਜਾਵੇਗੀ। ਭਾਵ ਮਹਾਰਾਜ ਦਾ ਇਸ਼ਾਰਾ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਬੇੜਾ ਬੰਨ੍ਹ ਦਿੱਤਾ ਜਾਵੇਗਾ। ਬੀੜ ਕਰਹਿ ਪੁਨ ਏਕ ਥਲ, ਆ ਪ੍ਰਸੰਗ ਆ ਹੀ ਗਿਆ। ਮਹਾਰਾਜ ਕਹਿੰਦੇ ਬੀੜ ਕਰਾਂਗੇ ਅਸੀਂ, ਭਾਵ ਸਾਰੀ ਗੁਰਬਾਣੀ ਬੀੜਨਾ ਹੁੰਦਾ ਇੱਕ ਥਾਂ ਇਕੱਠੀ ਕਰ ਦੇਣਾ। ਅਸੀਂ ਸਾਰੀ ਗੁਰਬਾਣੀ ਨੂੰ ਬੀੜ ਦੇਵਾਂਗੇ ਜਾਂ ਇੱਕ ਬੀੜ ਦਾ ਸਰੂਪ ਦਾ ਗ੍ਰੰਥ ਦਾ ਰੂਪ ਦੇ ਦੇਵਾਂਗੇ, ਇਤ ਜਗ ਕਲਿਆਣੀ, ਤਾਂ ਕਿ ਸਾਰੇ ਸੰਸਾਰ ਦੀ ਕਲਿਆਣ ਹੁੰਦੀ ਰਹੇ। ਇਸ ਕਰਕੇ ਸਭਾ ਵਿੱਚ ਬੈਠਿਓ ਹੋਤ, ਤੋ ਸਭਾ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਵੀ ਕੋਈ ਲਿਆਵੇ ਪੋਥੀਆਂ ਗੋਇੰਦਵਾਲ ਸਾਹਿਬ ਤੋਂ, ਬਾਬਾ ਮੋਹਨ ਜੀ ਤੋਂ। ਭਾਈ ਗੁਰਦਾਸ ਜੀ ਕਹਿੰਦੇ ਸਭਾ ਵਿੱਚ ਬੈਠੇ ਹੋਏ, ਭਾਈ ਗੁਰਦਾਸੂ, ਜਿਨ੍ਹਾਂ ਦਾ ਨਾਮ ਭਾਈ ਗੁਰਦਾਸ ਜੀ ਹੈ, ਸੁਨਤ ਕਹਿਓ ਕਰ ਜੋੜ ਕਰ, ਸੁਣ ਕੇ ਖੜੇ ਹੋਏ ਤੇ ਹੱਥ ਜੋੜ ਕੇ ਆਖਿਆ ਮਹਾਰਾਜ ਨੂੰ, ਹੋ ਪਹੁੰਚੂ ਪਾਸੂ, ਸਤਿਗੁਰੂ ਜੀ ਮਹਾਰਾਜ ਮੈਂ ਤੁਹਾਡਾ ਬਚਨ ਮੰਨ ਕੇ ਬਾਬਾ ਮੋਹਨ ਜੀ ਦੇ ਪਾਸ ਜਾਵਾਂਗਾ। ਪੋਥੀ ਸਗਰੀ ਆਨਹੂ, ਮੈਂ ਮਹਾਰਾਜ ਸਾਰੀਆਂ ਪੋਥੀਆਂ ਲੈ ਕੇ ਆਵਾਂਗਾ। ਆਇਸ ਨਿਜ ਦੀਜੈ, ਤੁਸੀਂ ਮੈਨੂੰ ਦਾਸ ਨੂੰ ਇੱਥੋਂ ਜਾਣ ਦੀ ਗੋਇੰਦਵਾਲ ਸਾਹਿਬ ਆਗਿਆ ਦਿਓ ਜੀ। ਮੋਹਨ ਮਿਲ ਓ ਮੋਹਰੀ ਮੋਹ ਕੋ, ਆ ਮੋਹਰੀ ਤੇ ਵਿਸ਼ਰਾਮ ਤੋ ਮੋਹਨ ਜੀ ਬਾਬਾ ਤੇ ਬਾਬਾ ਮੋਹਰੀ ਜੀ ਨੂੰ ਮਿਲ ਕੇ ਅਸੀਂ ਮੋਹ ਕਹ ਸਮਝੀਜੈ, ਅਸੀਂ ਸਮਝਾਵਾਂਗੇ ਮਹਾਰਾਜ ਸੱਚੇ ਪਾਤਸ਼ਾਹ, ਦੋਵਾਂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਜਾਣੋ, ਮੋਹਨ ਅਤੇ ਮੋਹਰੀ ਜੀ ਨੂੰ ਮਿਲ ਕੇ ਪੋਥੀਆਂ ਲੈ ਆਇਆ, ਮੈਨੂੰ ਜਾਣੋ। ਇਉਂ ਜਾਣੋ ਵੀ ਭਾਈ ਗੁਰਦਾਸ, ਹੁਣ ਇੱਥੇ ਥੋੜੀ ਜਿਹੀ ਹਉਮੈ ਆ ਗਈ ਸੀ ਭਾਈ ਗੁਰਦਾਸ ਜੀ ਵਿੱਚ ਸੂਖਮ ਮਾਤਰ। ਕਹਿੰਦੇ ਮਹਾਰਾਜ ਇਹ ਕਿਹੜਾ ਵੱਡਾ ਕੰਮ ਹੈ, ਤੇ ਮਹਾਰਾਜ ਮੈਨੂੰ ਇਹ ਸੇਵਾ ਬਖਸ਼ੋ। ਤੇ ਐਉਂ ਜਾਣੋ ਵੀ ਭਾਈ ਗੁਰਦਾਸ ਪੋਥੀਆਂ ਲੈ ਆਇਆ, ਤੁਸੀਂ ਬਸ ਹੁਕਮ ਕਰੋ ਤੇ ਪੋਥੀਆਂ ਆਈਆਂ ਸਮਝੋ। ਸ਼੍ਰੀ ਅਰਜਨ ਸੁਨ ਬਾਕ ਕੋ, ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਗੁਰਦਾਸ ਦੀ ਐਵੇਂ ਦੀ ਗੱਲ ਸੁਣ ਕੇ ਨਾ, ਕਿਉਂਕਿ ਸੰਗਤ ਸਭਾ ਦੇ ਵਿੱਚ ਕੋਈ ਛਾਤੀ ਥਾਪੜ ਕੇ ਕਹਿ ਦੇਵੇ ਮਹਾਰਾਜ ਇਹ ਕਿਹੜਾ ਕੰਮ ਹੈ, ਇਹ ਤਾਂ ਤੁਸੀਂ ਮੈਨੂੰ ਘੱਲੋ ਤੇ ਤਾਂ ਹੋਇਆ ਲਓ, ਇਸ ਤਰ੍ਹਾਂ ਥੋੜੀ ਜਿਹੀ ਹਉਮੈ ਜੀ ਕਰਕੇ ਨਾ ਭਾਈ ਗੁਰਦਾਸ ਨੇ ਛਾਤੀ ਥਾਪੜ ਕੇ ਉੱਥੇ ਸੰਗਤ ਵਿੱਚ ਕਹਿ ਦਿੱਤਾ। ਮਹਾਰਾਜ ਸੁਣ ਕੇ ਭਾਈ ਗੁਰਦਾਸ ਦੀ ਗੱਲ, ਔਰ ਗਰਬ ਔਰ ਗਤਬਤ ਜਾਨਾ, ਔਰ ਗਰਬਤ ਜਾਨੋ, ਮਹਾਰਾਜ ਜਾਣਗੇ ਵੀ ਭਾਈ ਗੁਰਦਾਸ ਜੀ ਨੂੰ ਸੂਖਮ ਜਿਹਾ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਸਿੱਖ ਨਹੀਂ ਕੋਈ, ਬਿਨਾ ਨਾਮ ਇਸ ਕੇ ਲਿਏ, ਵੀ ਅਸੀਂ ਤਾਂ ਨਾਂ ਹੀ ਨਹੀਂ ਲਿਆ ਵੀ ਭਾਈ ਗੁਰਦਾਸ ਜੀ ਤੁਸੀਂ ਜਾਣਾ ਹੈ। ਤੇ ਇਹ ਛਾਤੀ ਥਾਪੜ ਕੇ ਕਹਿੰਦੇ ਪਏ ਵੀ ਲਓ ਮਹਾਰਾਜ ਇਹ ਤਾਂ ਪੋਥੀਆਂ ਦੀ ਕਿਹੜੀ ਗੱਲ ਹੈ, ਮੈਨੂੰ ਭੇਜੋ ਤੇ ਸਮਝੋ ਪੋਥੀਆਂ ਆ ਗਈਆਂ। ਇਸ ਤਰ੍ਹਾਂ ਮਹਾਰਾਜ ਨੇ ਵਿਚਾਰਿਆ ਵੀ ਅਸੀਂ ਨਾਂ ਵੀ ਨਹੀਂ ਲਿਆ
ਭਾਈ ਗੁਰਦਾਸ ਜੀ ਆਪ ਹੀ ਖੜੇ ਹੋ ਕੇ ਛਾਤੀ ਥਾਪੜਦੇ ਆ ਮੈਂ ਲਿਆਊ ਬਖਾਨਾ। ਤੇ ਕਹਿੰਦੇ ਮੈਂ ਲੈ ਕੇ ਆ ਸਕਦਾ, ਕੰਮ ਕਰਾਂਗਾ, ਸੇਵਾ ਮੈਨੂੰ ਬਖਸ਼ੋ। ਜਾਹੋ ਕਹਿਓ ਤਿਸ ਕਾਲ ਤੇ ਮਹਿ। ਮਹਾਰਾਜ ਦਾ ਜਾਣਦੇ ਸੀ। ਹੁਣ ਬਾਬਾ ਮੋਹਨ ਜੀ ਭਾਈ ਗੁਰਦਾਸ ਜੀ ਵਰਗੇ ਨੂੰ ਕੀ ਜਾਣਦੇ ਆ। ਤੋ ਨਾਲੇ ਇਹਨਾਂ ਦੇ ਤਾਏ ਦੇ ਪੁੱਤ ਸਨ ਬਾਬਾ ਮੋਹਨ ਜੀ ਨਾ। ਭਾਈ ਗੁਰਦਾਸ ਜੀ ਬਾਬਾ ਈਸ਼ਰ ਦਾਸ ਦੇ ਪੁੱਤ ਸੀ, ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਭਰਾਤਾ ਦੇ। ਤੇ ਇਹ ਚਚੇਰੇ ਚਾਚੇ ਤਾਏ ਦੇ ਪੁੱਤ ਸਨ। ਪਰ ਬਾਬਾ ਮੋਹਨ ਜੀ ਪਰਵਾਹ ਨਹੀਂ ਸੀ ਕਰਦੇ ਕਿਸੇ ਦੀ। ਉਹਨਾਂ ਨੇ ਤਾਂ ਖਾਲਸਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਕਹੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਪੈਰੀ ਹੱਥ ਨਹੀਂ ਸੀ ਲਾਇਆ। ਤੋ ਫਿਰ ਚਾਹੇ ਮਹਾਰਾਜ ਨੇ ਬਚਨ ਕਹਿ ਦਿੱਤੇ ਸੀ ਵੀ ਆਫਰਿਆ ਰਹੋਗੇ, ਤੋ ਕਹਿੰਦੇ ਨਾਲੇ ਘਰ ਦੀ ਵਸਤੂ ਦੇ ਦਿੱਤੀ ਤੇ ਨਾਲੇ ਕਹਿੰਦੇ ਪੈਰੀ ਪਓ ਇਹਨਾਂ ਦੇ। ਤੋ ਬੇਪਰਵਾਹ ਬਹੁਤੇ ਸੀਗੇ, ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਤੋ ਜਦੋਂ ਫਿਰ ਭਾਈ ਗੁਰਦਾਸ ਜੀ ਨੇ ਛਾਤੀ ਜੀ ਥਾਪੜ ਕੇ ਆਖਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਸਮਝ ਗਏ। ਕਹਿੰਦੇ ਚਲੋ ਲੈ ਆਓ ਤੇ ਭਾਈ ਚੰਗੀ ਗੱਲ ਹੈ। ਤੇ ਮਹਾਰਾਜ ਨੇ ਆਗਿਆ ਦੇ ਦਿੱਤੀ ਵੀ ਜਾਓ ਭਾਈ, ਤੁਸੀਂ ਹੁਣੇ ਇਸੇ ਸਮੇਂ ਹੀ। ਗੁਰ ਹਿਰਦੈ ਵਿਚਾਰੀ ਤੇ ਮਹਾਰਾਜ ਨੇ ਹਿਰਦੇ ਵਿੱਚ ਵਿਚਾਰ ਲਈ ਹੈ ਬਾਣੀ ਹਾਥ ਨਾ ਆਏ ਹੈ। ਵੀ ਭਾਈ ਗੁਰਦਾਸ ਦੇ ਹੱਥ ਵਿੱਚ ਪੋਥੀਆਂ ਆਉਣ ਵਾਲੀਆਂ ਨਹੀਂ। ਬਾਬਾ ਮੋਹਨ ਜੀ ਨੇ ਤਾਂ ਲਾਗੇ ਨਹੀਂ ਲੱਗਣ ਦੇਣਾ ਭਾਈ ਗੁਰਦਾਸ ਨੂੰ। ਚੱਲੇ ਤਾਂ ਬਹੁਤ ਜਿਹੜਾ ਖੁਸ਼ ਹੋ ਕੇ ਹੋਏ ਨਿਰਅਹੰਕਾਰੀ। ਤੇ ਆਪੇ ਮੁੜ ਆਉਣਗੇ ਹੰਕਾਰ ਤੋਂ ਰਹਿਤ ਹੋ ਕਰਕੇ। ਕੁਝ ਸਮੇਂ 'ਚ ਇਹਨਾਂ ਨੇ ਵਾਪਸ ਆ ਜਾਣਾ ਜਦੋਂ ਪੋਥੀਆਂ ਨਾ ਮਿਲੀਆਂ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਪਹੁੰਚੇ ਤੇ ਜਾ ਕੇ ਆਵਾਜ਼ਾਂ ਦਿੰਦੇ ਆ ਫਿਰ ਬਾਬਾ ਮੋਹਨ ਜੀ ਮੈਂ ਆਇਆ ਆਖੇ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਮੈਨੂੰ ਵਿਸ਼ੇਸ਼ ਕੰਮ ਭੇਜਿਆ ਤੇ ਦਰਵਾਜ਼ਾ ਖੋਲੋ। ਇੱਕ ਰਾਤ ਸਾਰੀ ਰਾਤ ਹੀ ਰੌਲਾ ਪਾਉਂਦੇ ਰਹੇ ਤੇ ਬਾਬਾ ਮੋਹਨ ਜੀਆਂ ਨੇ ਦਰਵਾਜ਼ਾ ਹੀ ਨਾ ਖੋਲ੍ਹਿਆ। ਅਗਲੀ ਦੁਪਹਿਰ ਚੜ੍ਹ ਗਈ। ਫਿਰ ਕਿਸੇ ਸਿੱਖ ਨੇ ਦੱਸਿਆ ਉੱਥੇ ਵੀ ਇਹਨਾਂ ਖੋਲ੍ਹਣਾ ਨਹੀਂ ਭਾਈ ਗੁਰਦਾਸ ਜੀ, ਤੁਸੀਂ ਜਾਂਦੇ ਰਹੋ, ਇਹ ਨਹੀਂ ਪਰਵਾਹ ਕਰਦੇ ਕਿਸੇ ਦੀ। ਆਏ ਹੋਗੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਤੋਂ। ਪਰ ਬਾਬਾ ਮੋਹਨ ਜੀ ਬੇਪਰਵਾਹ ਆ, ਇਹ ਮਰਜ਼ੀ ਦੇ ਮਾਲਕ ਆ, ਮਸਤ ਮੌਲਾ ਪਰਮੇਸ਼ਰ 'ਚ ਸਦਾ ਹੀ ਬਿਰਤੀ ਟਿਕਾ ਕੇ ਰੱਖਦੇ ਆ, ਮੱਥੇ ਨਹੀਂ ਲੱਗਦੇ ਕਿਸੇ ਦੇ ਵੀ। ਬੜੇ ਆਏ ਇੱਥੇ ਦਰਵਾਜ਼ੇ ਖਿਲਾਉਣ ਵਾਲੇ, ਬੜੇ ਮੁੜ ਜਾਂਦੇ ਆ। ਇਹ ਨਾ ਕਿਸੇ ਨੂੰ ਦਰਸ਼ਨ ਦੇਣ ਤੇ ਨਾ ਕਿਸੇ ਦੇ ਮੱਥੇ ਲੱਗਣ। ਫਿਰ ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਵੀ ਗਏ, ਉਹਨਾਂ ਦੇ ਗਿਆ ਤੋਂ ਵੀ ਇਹਨਾਂ ਦਰਵਾਜ਼ਾ ਨਾ ਖੋਲ੍ਹਿਆ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਗਏ ਤੇ ਸਰੰਦਾ ਲੈ ਕੇ ਬਹਿ ਕੇ ਕੀਰਤਨ ਕੀਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਸ਼ਬਦ ਉਚਾਰਿਆ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ। ਬਾਬਾ ਮੋਹਨ ਜੀ ਦੀ ਸਿਫਤ ਕੀਤੀ। ਤੋ ਇਸ ਤਰ੍ਹਾਂ ਫਿਰ ਜਦੋਂ ਪਤਾ ਲੱਗਿਆ ਵੀ ਨਿਮਰਤਾ ਇੰਨੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਤਖਤ ਆਪ ਚੱਲ ਕੇ ਆ ਰਿਹਾ ਹੈ ਗੁਰਬਾਣੀ ਦੇ ਸਤਿਕਾਰ ਵਜੋਂ, ਤੇ ਅਸੀਂ ਐਡੇ ਵੀ ਨਹੀਂ ਗੁਜ਼ਰੇ ਹੋਏ ਵੀ ਅਸੀਂ ਚੜ੍ਹ ਕੇ ਚੁਬਾਰੇ 'ਚ ਬੈਠੇ ਰਹੀਏ। ਫਿਰ ਆਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਵੇਂ ਭਾਣਜੇ ਲੱਗਦੇ ਸੀਗੇ ਬਾਬਾ ਮੋਹਨ ਜੀ ਦੇ, ਪਰ ਇਹਨਾਂ ਦੇ ਚਰਨੀ ਪਏ। ਆਖਿਆ ਵੀ ਤੁਹਾਡੀ ਨਿਮਰਤਾ ਕਰਕੇ ਤੁਸੀਂ ਐਡੇ ਤਖਤ 'ਤੇ ਬੈਠੇ ਹੋ, ਐਵੇਂ ਨਹੀਂ ਗੁਰੂ ਰਾਮਦਾਸ ਮਹਾਰਾਜ ਨੇ ਤੁਹਾਨੂੰ ਨਿਵਾਜਿਆ। ਜਿਹੋ ਜਿਹਾ ਇਹ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਬਾਰੇ ਸੁਣਿਆ ਸੀ, ਤੁਸੀਂ ਐਨ ਉਸ ਤੋਂ ਵੀ 4 ਰਤੀਆਂ ਵੱਧ ਹੋ ਸੱਚੇ ਪਾਤਸ਼ਾਹ। ਤੋਂ ਮਹਾਰਾਜ ਦੇ ਚਰਨੀ ਲੱਗੇ। ਫਿਰ ਸਾਰੀਆਂ ਪੋਥੀਆਂ ਦਿੱਤੀਆਂ, ਪਾਲਕੀ ਤੇ ਸੁਭਾਏ ਕਰਕੇ ਉਹ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਲੈ ਕੇ ਆਏ। ਅੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਵੇਂ ਪਾਵਨ ਪਵਿੱਤਰ ਜਿਹੜਾ ਹੈ ਉਹ ਬੇੜਾ ਤਿਆਰ ਹੋਣਾ, ਉਹ ਸਾਰਾ ਪ੍ਰਸੰਗ ਨਿਤਾ ਪ੍ਰਤੀ ਅੱਗੇ ਦੀ ਅੱਗੇ ਜਿਵੇਂ ਆਵੇਗਾ ਸੁਣੀਏ ਜੀ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਾਹੋ ਕਹਿਓ ਤਿਸ ਕਾਲ ਮਹਿ ਗੁਰ ਹਿਰਦੈ ਵਿਚਾਰੀ ਬਾਣੀ ਹਾਥ ਨਾ ਆਏ ਹੈ ਹੋਏ ਨਿਰਅਹੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।